ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸੁਨੇਹਾ ਦਿੱਤਾ ਜਾ ਰਿਹਾ ਹੈ ਹਰ ਘਰ ਤਿਰੰਗਾ। ਔਰ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਘਰਾਂ ਦੇ ਉੱਪਰ ਤਿਰੰਗਾ ਝੰਡਾ ਝੁਲਾਓ। ਸਿੱਖ ਸਮਝਦੇ ਨੇ ਕਿ ਹਮ ਰਾਖਤ ਪਾਤਸ਼ਾਹੀ ਦਾਵਾ। ਸਿੱਖ ਐਲਾਨ ਕਰਦੇ ਨੇ, ਬਾਰ-ਬਾਰ ਐਲਾਨ ਕਰਦੇ ਨੇ ਕਿ ਸਾਨੂੰ ਇਹ ਤਿਰੰਗਾ ਮਨਜ਼ੂਰ ਨਹੀਂ ਹੈ, ਕਿਉਂਕਿ ਇਸ ਤਿਰੰਗੇ ਦੀ ਛਤਰ ਛਾਇਆ ਹੇਠ ਸਾਡਾ ਲਹੂ ਡੋਲਿਆ ਗਿਆ, ਸਾਡੀ ਨਸਲ ਕੁਸ਼ੀ ਹੋਈ ਹੈ ਔਰ ਕਿਸੇ ਵੀ ਸਰਕਾਰ ਨੇ ਉਹਦਾ ਇਨਸਾਫ ਤੱਕ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਆਵਾਜ਼ੇ ਕੌਮ ਜਥੇਬੰਦੀ ਦੇ ਆਗੂ ਮੇਰੇ ਨਾਲ ਹੈਗੇ ਨੇ, ਤੁਸੀਂ ਦੇਖ ਸਕਦੇ ਹੋ। ਉਹਨਾਂ ਵੱਲੋਂ ਅਦਾਰਾ ਆਪਣਾ ਸਾਂਝਾ ਪੰਜਾਬ, ਅਸੀਂ ਮਿਲ ਜੁਲ ਕੇ ਇੱਕ ਮੁਹਿੰਮ ਵਿੱਢੀ ਹੈ। ਇੱਕ ਦੂਜੇ ਨੂੰ ਸਹਿਯੋਗ ਕਰਦਿਆਂ ਹੋਇਆਂ ਅਸੀਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਇਹ ਜਿਹੜੇ ਨਿਸ਼ਾਨ ਸਾਹਿਬ ਹੈਗੇ ਨੇ, ਖਾਲਸਾ ਨਿਸ਼ਾਨ ਸਾਹਿਬ ਇਲਾਕੇ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਸਾਰੇ ਜਣੇ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੇ ਤੁਸੀਂ ਇਹ ਨਿਸ਼ਾਨ ਸਾਹਿਬ ਲੈ ਕੇ ਆਪਣੇ ਘਰਾਂ ਦੇ ਉੱਪਰ ਐਤਕੀ ਜ਼ਰੂਰ ਚਲਾਓ। ਇਹ ਜਿਹੜਾ ਹਮਲਾ ਜਿਹੜਾ ਇੱਕ ਝੰਡੇ ਦੇ ਰੂਪ 'ਚ ਆਇਆ, ਅਸੀਂ ਉਹਦਾ ਮੁਕਾਬਲਾ ਜਿਹੜਾ ਨਿਸ਼ਾਨ ਸਾਹਿਬ ਦੇ ਰੂਪ 'ਚ ਅਸੀਂ ਕਰਾਂਗੇ। ਇਸ ਝੰਡੇ ਦੇ ਥੱਲੇ ਕੋਈ ਵੀ ਆ ਜਾਵੇ, ਇਹ ਝੰਡੇ ਦੀ ਨਿਸ਼ਾਨ ਸਾਹਿਬ ਦੀ ਐਡੀ ਵੱਡੀ ਵਿਸ਼ਾਲਤਾ ਵੀ ਕਰੋੜਾਂ ਤਿਰੰਗੇ ਵੀ ਇਹਦੇ ਥੱਲੇ ਆ ਜਾਣ ਤੇ ਉਹ ਸਮਾ ਸਕਦੇ ਆ, ਪਰ ਇਹ ਸਰਵਉੱਚ ਆ ਤੇ ਇਹਦੇ ਥੱਲੇ ਤਾਂ ਸਭ ਕੁਝ ਆ। ਤੇ ਤਿਰੰਗੇ ਥੱਲੇ ਕੀ ਆ? ਤਿਰੰਗੇ ਥੱਲੇ ਹੈਗਾ ਜ਼ੁਲਮ, ਜ਼ਬਰ, ਧੱਕਾ, ਇਹ ਸਾਰਾ ਕੁਝ ਤਿਰੰਗੇ ਦੇ ਥੱਲੇ ਪਿਆ ਹੋਇਆ ਆ। ਪਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਆ, ਬੀਜੇਪੀ ਦੇ ਵਿੱਚ ਹੁਣ ਚਲ ਗਏ ਭਾਵੇਂ, ਪਰ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਇਹ ਜਿਹੜਾ ਸਿਰਵਾ ਮੇਰਾ ਇਹ ਕੱਟ ਤਾਂ ਸਕਦਾ ਪਰ ਬੀਜੇਪੀ ਦੇ ਵਿੱਚ ਨਹੀਂ ਜਾਊਂਗਾ। ਹੁਣ ਬੀਜੇਪੀ ਦੇ ਵਿੱਚ ਚਲਾ ਗਿਆ ਔਰ ਇੱਕ ਪਾਸੇ ਆਪਾਂ ਤੇ ਸਿੱਖ ਤੇ ਆ ਆਪਣੇ ਹੱਥਾਂ ਦੇ ਵਿੱਚ ਖਾਲਸਾ ਨਿਸ਼ਾਨ ਸਾਹਿਬ ਲੈ ਕੇ ਔਰ ਉਹ ਤਿਰੰਗਾ ਮਾਰਚ ਕੱਢ ਰਹੇ ਨੇ। ਕੱਢਿਆ ਉਹਨਾਂ ਨੇ, ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਮੇਰਾ ਇਹ ਸਵਾਲ ਆ ਕਿ ਕੀ ਲੋੜ ਪੈ ਗਈ ਨਰਿੰਦਰ ਮੋਦੀ ਨੂੰ, ਭਾਰਤੀ ਹਕੂਮਤ ਨੂੰ ਇਹ ਗੱਲ ਕਹਿਣ ਦੀ ਵੀ 25-30 ਲੱਖ ਜਿਹੜਾ ਤਿਰੰਗਾ ਪੰਜਾਬ 'ਚ ਭੇਜਿਆ ਜਾਵੇ, ਪੰਜਾਬ ਵਿੱਚ ਜਿਹੜੇ ਲੋਕ ਆ ਆਪਣੇ ਘਰਾਂ ਦੇ ਉੱਤੇ ਤਿਰੰਗਾ ਲਹਿਰਾਉਣ। ਕਿ ਜੇ 1947 ਵੇਲੇ ਵੰਡ ਹੋਈ ਆ ਤੇ ਕੇਵਲ ਪੰਜਾਬ ਦੇਸ਼ ਦੀ ਕਿਉਂ ਵੰਡ ਹੋਈ? ਸੋ ਜਿਸ ਤਿਰੰਗੇ ਨੇ ਸਾਨੂੰ ਇੰਨਾ ਦੁਖਾਂਤ ਦਿੱਤਾ ਹੋਵੇ, ਸਾਡੀ ਨਸਲ ਕੁਸ਼ੀ ਕੀਤੀ ਆ, ਤੇ ਉਹ ਨਿਸ਼ਾਨ ਸਿੱਖ ਕਦੇ ਵੀ ਆਪਣੇ ਜਿਹੜੇ ਆ ਕੋਠਿਆਂ ਤੇ, ਆਪਣੇ ਮੋਟਰ ਗੱਡੀਆਂ ਤੇ, ਦੁਕਾਨਾਂ ਤੇ, ਦਫ਼ਤਰਾਂ ਤੇ ਕਦੇ ਨਹੀਂ ਚਲਾਉਣਗੇ। ਕੀ ਤੁਸੀਂ ਪਿਛਲੇ 75 ਵਰ੍ਹਿਆਂ ਦੇ ਵਿੱਚ ਆਜ਼ਾਦੀ ਦਾ ਨਿੱਘ ਮਾਣਿਆ ਹੈ? ਆਪਣਾ ਸਾਂਝਾ ਪੰਜਾਬ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ। ਮੈਂ ਭੁਪਿੰਦਰ ਸਿੰਘ ਸੱਜਣ। ਭਾਰਤ ਦੀ ਸਰਕਾਰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੀ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸੁਨੇਹਾ ਦਿੱਤਾ ਜਾ ਰਿਹਾ ਹੈ ਹਰ ਘਰ ਤਿਰੰਗਾ। ਔਰ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੇ ਘਰਾਂ ਦੇ ਉੱਪਰ ਤਿਰੰਗਾ ਝੰਡਾ ਝੁਲਾਓ। ਸਿੱਖ ਸਮਝਦੇ ਨੇ ਜਾਂ ਸਿੱਖ ਮਹਿਸੂਸ ਕਰਦੇ ਨੇ ਕਿ ਇਸ ਮੁਲਕ ਦੇ ਵਿੱਚ ਸਾਡੇ ਨਾਲ ਧੱਕਾ ਹੀ ਹੋਇਆ। ਪਿਛਲੇ 75 ਵਰ੍ਹਿਆਂ ਦੇ ਵਿੱਚ ਸਾਡੇ ਨਾਲ ਵਧੀਕੀਆਂ ਹੋਈਆਂ, ਸਾਡੀ ਅੱਡਰੀ ਅਤੇ ਨਿਆਰੀ ਹੋਂਦ ਹਸਤੀ ਤੋਂ ਹੀ ਮੁਨਕਰ ਹੈ ਇੱਥੋਂ ਦੀ ਹਕੂਮਤ। ਸਾਨੂੰ ਜਿਹੜੇ ਜ਼ਖਮ ਦਿੱਤੇ ਇੱਥੋਂ ਦੀਆਂ ਸਰਕਾਰਾਂ ਨੇ, ਉਹਨਾਂ ਜ਼ਖਮਾਂ ਦੇ ਉੱਪਰ ਕਿਸੇ ਨੇ ਵੀ ਮੱਲਮ ਤੱਕ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਸਿੱਖ ਸਮਝਦੇ ਨੇ ਕਿ ਹਮ ਰਾਖਤ ਪਾਤਸ਼ਾਹੀ ਦਾਵਾ। ਸਿੱਖ ਐਲਾਨ ਕਰਦੇ ਨੇ, ਬਾਰ-ਬਾਰ ਐਲਾਨ ਕਰਦੇ ਨੇ ਕਿ ਸਾਨੂੰ ਇਹ ਤਿਰੰਗਾ ਮਨਜ਼ੂਰ ਨਹੀਂ ਹੈ, ਕਿਉਂਕਿ ਇਸ ਤਿਰੰਗੇ ਦੀ ਛਤਰ ਛਾਇਆ ਹੇਠ ਸਾਡਾ ਲਹੂ ਡੋਲਿਆ ਗਿਆ, ਸਾਡੀ ਨਸਲ ਕੁਸ਼ੀ ਹੋਈ ਹੈ ਔਰ ਕਿਸੇ ਵੀ ਸਰਕਾਰ ਨੇ ਉਹਦਾ ਇਨਸਾਫ ਤੱਕ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਇਸ ਕਰਕੇ ਸਿੱਖ ਆ ਜਿਹੜਾ ਖਾਲਸਾਈ ਨਿਸ਼ਾਨ ਸਾਹਿਬ ਹੈਗਾ, ਸਿੱਖ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਪੁਰਾਣਾ ਇਤਿਹਾਸ ਪੜ੍ਹ ਲਓ, ਗੁਰੂ ਸਾਹਿਬਾਨ ਤੋਂ ਲੈ ਕੇ ਅੱਜ ਤੱਕ ਸਿੱਖ ਇਸ ਖਾਲਸਾਈ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਹੀ ਆਪਣਾ ਹਰੇਕ ਸੰਘਰਸ਼ ਲੜਦੇ ਆ ਰਹੇ ਨੇ ਔਰ ਜਿੱਤਦੇ ਆ ਰਹੇ ਨੇ। ਅੱਜ ਵੀ ਸਿੱਖ ਸਮਝਦੇ ਨੇ ਕਿ ਅਸੀਂ ਆਪੋ ਆਪਣੇ ਘਰਾਂ ਦੇ ਉੱਪਰ ਤਿਰੰਗੇ ਝੰਡੇ ਹੀ ਚਲਾਉਣੇ ਨੇ, ਇੱਦਾਂ ਸਿੱਖ ਮਹਿਸੂਸ ਕਰਦੇ ਨੇ। ਆਵਾਜ਼ੇ ਕੌਮ ਜਥੇਬੰਦੀ ਦੇ ਆਗੂ ਮੇਰੇ ਨਾਲ ਹੈਗੇ ਨੇ, ਤੁਸੀਂ ਦੇਖ ਸਕਦੇ ਹੋ। ਉਹਨਾਂ ਵੱਲੋਂ ਅਦਾਰਾ ਆਪਣਾ ਸਾਂਝਾ ਪੰਜਾਬ, ਅਸੀਂ ਮਿਲ ਜੁਲ ਕੇ ਇੱਕ ਮੁਹਿੰਮ ਵਿੱਢੀ ਹੈ। ਇੱਕ ਦੂਜੇ ਨੂੰ ਸਹਿਯੋਗ ਕਰਦਿਆਂ ਹੋਇਆਂ ਅਸੀਂ ਆਪੋ ਆਪਣੇ ਇਲਾਕਿਆਂ ਦੇ ਵਿੱਚ ਇਹ ਜਿਹੜੇ ਨਿਸ਼ਾਨ ਸਾਹਿਬ ਹੈਗੇ ਨੇ, ਖਾਲਸਾ ਨਿਸ਼ਾਨ ਸਾਹਿਬ ਇਲਾਕੇ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਸਾਰੇ ਜਣੇ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ
ਤੇ ਤੁਸੀਂ ਇਹ ਨਿਸ਼ਾਨ ਸਾਹਿਬ ਲੈ ਕੇ ਆਪਣੇ ਘਰਾਂ ਦੇ ਉੱਪਰ ਐਤਕੀ ਜ਼ਰੂਰ ਚਲਾਓ। ਮੇਰੇ ਨਾਲ ਨੋਬਲਜੀਤ ਸਿੰਘ ਜੀ ਹੈਗੇ ਨੇ ਆਵਾਜ਼ੇ ਕੌਮ ਜਥੇਬੰਦੀ ਦੇ ਸੇਵਾਦਾਰ, ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਨੋਬਲਜੀਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਸ਼ਾਨ ਸਾਹਿਬ ਜਿਹੜਾ ਆ ਉਹ ਅਸੀਂ ਸੰਗਤਾਂ ਦੇ ਵਿੱਚ ਵੰਡ ਰਹੇ ਹਾਂ। ਤੁਸੀਂ ਦੇਖਿਆ ਹੀ ਪਿਛਲੇ ਦਿਨਾਂ ਤੋਂ ਇੱਕ ਇੰਡੀਆ ਦੇ ਵਿੱਚ ਮੁਹਿੰਮ ਇਹਨਾਂ ਨੇ ਛੇੜੀ ਆ, ਖਾਸ ਕਰ ਪੰਜਾਬ ਦੇ ਵਿੱਚ ਕਿ ਵੀ ਹਰ ਘਰ ਤਿਰੰਗਾ ਜਿਹੜਾ ਲਾਇਆ ਜਾਵੇ। ਦਰਅਸਲ ਜਿਹੜੀਆਂ ਗੌਰਮੈਂਟਾਂ ਹੁੰਦੀਆਂ, ਸਰਕਾਰਾਂ ਹੁੰਦੀਆਂ, ਕੋਈ ਵੀ ਜਿਹੜਾ ਕੰਮ ਕਰਦੀਆਂ ਉਹਦੇ ਪਿੱਛੇ ਬਹੁਤ ਵੱਡੀ ਨੀਤੀ ਹੁੰਦੀ ਆ, ਫਿਰ ਹੀ ਉਹ ਕੋਈ ਨਾ ਕੋਈ ਕਾਰਜ ਨੂੰ ਜਿਹੜਾ ਉਹ ਹੱਥ ਪਾਉਂਦੇ ਆ। ਤੇ ਅਸੀਂ ਇਹ ਸਮਝਦੇ ਆ ਵੀ 75 ਸਾਲ ਪਹਿਲਾਂ ਜਿਹੜੀ ਕੌਮ ਕੋਲੋਂ ਆਪਣਾ ਕੌਮੀ ਘਰ ਖੁੱਸ ਗਿਆ, ਉਹ ਕੌਮ ਦੀ ਕੌਮੀਅਤ ਮਾਰਨ ਦੇ ਲਈ ਇਹ ਸਾਰਾ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ। ਕਿਉਂਕਿ ਪਹਿਲਾਂ ਵੀ ਤੁਸੀਂ ਦੇਖੇ ਵੀ ਕੌਮ ਦੇ ਉੱਤੇ ਬੜੇ ਵੱਡੇ ਹਮਲੇ ਹੋਏ ਆ। ਅਸੀਂ 84 ਵੀ ਦੇਖੀ ਆ, ਸ਼ਹਿਰਾਂ ਦੇ ਵਿੱਚ ਹੋਏ ਕਤਲੇਆਮ ਵੀ ਦੇਖੇ ਆ। ਅਸੀਂ ਪਿਛਲੇ ਕੁਝ ਸਮਾਂ ਪਹਿਲਾਂ ਅਸੀਂ ਗੁਰੂ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਵੀ ਸਿੱਖਾਂ ਨੇ ਦੇਖੀਆਂ। ਜਿਹੜੀ ਕੌਮ ਦਾ ਹੁਣ ਕੌਮੀ ਘਰ ਨਹੀਂ ਹੈਗਾ, ਉਸ ਕੌਮ ਨੂੰ ਹੁਣ ਬਿਲਕੁਲ ਹੀ ਉਹਦੀ ਕੌਮੀਅਤ ਖਤਮ ਕਰਨ ਦੇ ਲਈ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ। ਪਰ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਜਿਹੜਾ ਹਮਲਾ ਜਿਹੜਾ ਇੱਕ ਝੰਡੇ ਦੇ ਰੂਪ 'ਚ ਆਇਆ, ਅਸੀਂ ਉਹਦਾ ਮੁਕਾਬਲਾ ਜਿਹੜਾ ਨਿਸ਼ਾਨ ਸਾਹਿਬ ਦੇ ਰੂਪ 'ਚ ਅਸੀਂ ਕਰਾਂਗੇ। ਤੇ ਆਪਾਂ ਮੈਂ ਸਿੱਖ ਨੂੰ, ਹਰ ਇਕੱਲੇ ਸਿੱਖ ਨੂੰ ਨਹੀਂ, ਮੈਂ ਹਰ ਪੰਜਾਬ ਦੇ ਵਸਿੰਦੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਉਹ ਖਾਲਸਾਈ ਨਿਸ਼ਾਨ ਜਿਹੜਾ ਉਹ ਲਹਿਰਾਣ। ਕਿਉਂਕਿ ਇਹ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਇਹ ਪੰਜਾਬ ਜਿਹੜਾ ਗੁਰਾਂ ਦੇ ਨਾਂ 'ਤੇ ਵਸਦਾ ਆ। ਇਸ ਝੰਡੇ ਦੇ ਥੱਲੇ ਕੋਈ ਵੀ ਆ ਜਾਵੇ, ਇਹ ਝੰਡੇ ਦੀ ਨਿਸ਼ਾਨ ਸਾਹਿਬ ਦੀ ਐਡੀ ਵੱਡੀ ਵਿਸ਼ਾਲਤਾ ਵੀ ਕਰੋੜਾਂ ਤਿਰੰਗੇ ਵੀ ਇਹਦੇ ਥੱਲੇ ਆ ਜਾਣ ਤੇ ਉਹ ਸਮਾ ਸਕਦੇ ਆ। ਪਰ ਇਹ ਸਰਵਉੱਚ ਆ। ਜਿਹੜੇ ਇਹ ਬੰਦੇ ਅੱਜ ਨਿਸ਼ਾਨ ਸਾਹਿਬ ਦਾ ਵਿਰੋਧ ਕਰਦੇ ਪਏ ਆ, ਇਹ ਬੰਦੇ ਜਿਹੜੇ ਹੈਗੇ ਆ, ਇਹ ਦੱਸਣ ਵੀ ਇਹ ਤਾਂ 75 ਸਾਲ ਪਹਿਲਾਂ ਹੋਂਦ 'ਚ ਆਇਆ ਇੱਕ ਝੰਡਾ ਆ, ਜਿਹਦੇ ਤੋਂ ਬਾਅਦ ਇੱਥੇ ਦੀਆਂ ਘੱਟ ਗਿਣਤੀ ਕੌਮਾਂ ਜਿਹੜੀਆਂ ਹੋਰ ਇੱਥੇ ਕੌਮਾਂ ਵਸਦੀਆਂ, ਉਹਨਾਂ ਨੂੰ ਧੋਖੇ ਨਾਲ ਇਸ ਮੁਲਕ ਦੇ ਵਿੱਚ ਰਲਾਇਆ ਗਿਆ। ਜਿਹੜੀ ਹਿੰਦੂਆਂ ਦੀ ਸੱਤਾ ਸੀ, ਉਹਦੇ ਵਿੱਚ ਇਹਨਾਂ ਨੇ ਧੱਕੇ ਦੇ ਨਾਲ ਠੱਗੀ ਕਰਕੇ ਜਾਂ ਧੋਖਿਆਂ ਦੇ ਨਾਲ ਇਹ ਸਾਰੀ ਸੱਤਾ ਜਿਹੜੀ ਆ ਉਹ ਕਾਇਮ ਕੀਤੀ ਆ। 75 ਸਾਲ ਬੀਤ ਗਏ ਆ ਇਹਨਾਂ ਦਾ ਤਸ਼ੱਦਦ ਸਹਿੰਦੇ ਹੋਏ। ਇੱਥੇ ਸਿੱਖ ਵੀ ਇਹਨਾਂ ਦਾ ਤਸ਼ੱਦਦ ਸਹਿ ਰਹੇ ਆ, ਇੱਥੇ ਕਸ਼ਮੀਰੀ ਵੀ ਸਹਿ ਰਹੇ ਆ, ਇੱਥੇ ਦਲਿਤ ਵੀ ਸਹਿ ਰਹੇ ਆ, ਇੱਥੇ ਮੁਸਲਮਾਨ ਵੀ ਇਹਨਾਂ ਨੂੰ ਸਹਿ ਰਹੇ ਆ, ਇੱਥੇ ਨਾਗੇ ਆ, ਮਿਜ਼ੋਰਮ ਆ, ਅਸਮ ਆ, ਤਾਮਿਲ ਆ, ਬਹੁਤ ਸਾਰੀਆਂ ਕੌਮਾਂ ਜਿਹੜੀਆਂ ਪਿਛਲੇ 75 ਸਾਲ ਦੇ ਵਿੱਚ ਇਹ ਜਿਹੜਾ ਹਿੰਦੂ ਰਾਸ਼ਟਰ ਘੜਿਆ ਗਿਆ, ਉਹਦੇ ਤਸ਼ੱਦਦ ਦਾ ਸ਼ਿਕਾਰ ਆ ਤੇ ਉਹ ਆਪਣੀ ਕੌਮੀਅਤ ਦੀ ਲੜਾਈ ਲੜ ਰਹੀਆਂ ਆ। ਤੇ ਅਸੀਂ ਵੀ ਅੱਜ ਜਿਹੜਾ ਇਹ ਸਾਡੇ ਤੇ ਹਮਲਾ ਹੋਇਆ ਆ, ਉਹਦਾ ਅਸੀਂ ਜਵਾਬ ਦੇਣ ਦੇ ਲਈ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਵੀ ਤੇ ਗੁਰੂ ਘਰਾਂ 'ਚ ਤਾਂ ਝੁਲਦੇ ਹੀ ਪਏ ਆ। ਕਿਉਂਕਿ ਦੇਖੋ, ਜਿੱਥੇ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਅਸੀਂ ਨਿਸ਼ਾਨ ਸਾਹਿਬ ਬੜੇ ਉੱਚੇ ਝੁਲਾਏ ਹੋਏ ਆ। ਤੁਸੀਂ ਦੇਖੋ, ਇਹਨਾਂ ਨੇ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ, ਜਿੱਦਾਂ ਫਗਵਾੜੇ ਵਿੱਚ ਇਹਨਾਂ ਨੇ ਇੱਕ ਬੜਾ ਤਿਰੰਗਾ ਉੱਚਾ 100 ਫੁੱਟ ਕਹਿ ਕੇ ਝੁਲਾਤਾ, ਇੱਦਾਂ ਇਹਨਾਂ ਨੇ ਵੱਖ-ਵੱਖ ਜਗ੍ਹਾ ਦੇ ਵਿੱਚ ਨਿਸ਼ਾਨ ਸਾਹਿਬ ਦੇ ਮੁਕਾਬਲੇ ਦੇ ਵਿੱਚ ਇਹਨਾਂ ਨੇ ਤਿਰੰਗੇ ਝੁਲਾਏ ਆ। ਪਰ ਉਹ ਤਿਰੰਗੇ ਦੇ ਥੱਲੇ ਇੱਕ ਵੀ ਬੰਦਾ ਨਹੀਂ ਖੜਾ। ਵੱਡੇ 100 ਫੁੱਟ ਦਾ ਉਹਨਾਂ ਨੇ ਤਿਰੰਗਾ ਲਹਿਰਾਇਆ, ਬੰਦਾ ਇੱਕ ਵੀ ਨਹੀਂ ਖੜਾ। ਪਰ ਜਿੱਥੇ ਨਿਸ਼ਾਨ ਸਾਹਿਬ ਦਾ ਜਿਹੜਾ ਨਿਸ਼ਾਨ ਸਾਹਿਬ ਝੂਲਦਾ ਆ, ਉਹਦੇ ਥੱਲੇ ਗੁਰੂ ਸਾਹਿਬ ਦਾ ਪ੍ਰਕਾਸ਼ ਆ, ਉਹਦੇ ਥੱਲੇ ਲੰਗਰ ਦੀ ਵਿਵਸਥਾ ਆ, ਉਹਦੇ ਥੱਲੇ ਹੋਰ ਜਿਹੜੀਆਂ ਸਿੱਖਾਂ ਦੀਆਂ ਲੋੜਾਂ ਆ, ਉਹ ਵਿਚਾਰਧਾਰਕ ਜਿਹੜੀ ਗੁਰੂ ਸਾਹਿਬ ਗੱਲ ਦਾ ਪ੍ਰਕਾਸ਼ ਕਰਦੇ ਆ, ਉਹ એનર્ਜੀ ਸਾਨੂੰ ਉੱਥੋਂ ਮਿਲਦੀ ਆ। ਤੇ ਇਹਦੇ ਥੱਲੇ ਤਾਂ ਸਭ ਕੁਝ ਆ। ਤੇ ਤਿਰੰਗੇ ਥੱਲੇ ਕੀ ਆ? ਤਿਰੰਗੇ ਥੱਲੇ ਹੈਗਾ ਜ਼ੁਲਮ, ਜ਼ਬਰ, ਧੱਕਾ, ਇਹ ਸਾਰਾ ਕੁਝ ਤਿਰੰਗੇ ਦੇ ਥੱਲੇ ਪਿਆ ਹੋਇਆ ਆ। ਇਸ ਕਰਕੇ ਇਹ ਨਿਸ਼ਾਨ ਸਾਹਿਬ ਦੀ ਦੁਨੀਆ ਦੇ ਵਿੱਚ ਕਿਸੇ ਚੀਜ਼ ਨਾਲ ਬਰਾਬਰੀ ਨਹੀਂ ਕੀਤੀ ਜਾ ਸਕਦੀ। ਜਿਹੜੇ ਇਹ ਨਿਸ਼ਾਨ ਸਾਹਿਬ ਹੁਣ ਆਪਾਂ ਝੁਲਾ ਰਹੇ ਹਾਂ ਜਾਂ ਆਪਾਂ ਕੌਮ ਇਦਾਂ ਸਮਝਦੀ ਹੈ, ਅੱਛਾ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਸ ਗੱਲ ਨੂੰ ਇਦਾਂ ਸਮਝਣਾ ਚਾਹੀਦਾ ਕਿ ਭਾਰਤ ਦੀ ਸਰਕਾਰ ਦਾ ਜਿਹੜਾ ਉਹ ਏਜੰਡਾ ਹੈਗਾ, ਜਿਹੜੀ ਉਹਨਾਂ ਦੀ ਮੁਹਿੰਮ ਹੈ ਬਈ ਹਰ ਘਰ ਤਿਰੰਗਾ, ਉਹਨੂੰ ਚੈਲੰਜ ਹੈ ਇੱਕ ਤਰ੍ਹਾਂ ਇਹ ਬਿਲਕੁਲ ਇਹ ਉਹਨਾਂ ਨੂੰ ਅਸੀਂ ਨਹੀਂ, ਉਹ ਸਾਨੂੰ ਚੈਲੰਜ ਕਰ ਰਹੇ ਆ, ਉਹ ਸਾਡੇ ਨਿਸ਼ਾਨ ਸਾਹਿਬ ਨੂੰ ਚੈਲੰਜ ਕਰ ਰਹੇ ਆ
ਕਿਉਂਕਿ ਸਾਡੇ ਨਿਸ਼ਾਨ ਸਾਹਿਬ ਤਾਂ ਆਲਰੇਡੀ ਝੂਲ ਹੀ ਰਹੇ ਆ। ਉਹ ਗੁਰੂ ਘਰਾਂ ਵਿੱਚ ਵੀ ਝੂਲ ਰਹੇ ਆ। ਗੁਰੂ ਘਰਾਂ ਵਿੱਚ ਵੀ ਮੁਹਿੰਮ ਵੜਨ ਦੀ ਕੋਸ਼ਿਸ਼ ਕੀਤੀ ਗਈ, ਜਿੱਦਾਂ ਅੰਬਾਲੇ ਦੇ ਗੁਰੂ ਘਰਾਂ ਦੇ ਵਿੱਚ। ਇਹ ਬਿਲਕੁਲ ਇਹ ਦੇਖੋ, ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆ ਉਹ ਕੌਮ ਦੀਆਂ ਹੀ ਸੰਸਥਾਵਾਂ ਆ ਸਾਰੀਆਂ ਜੀ। ਤੇ ਕਈ ਵਾਰ ਐ ਹੁੰਦਾ ਆ ਵੀ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਕੁਝ ਹੋਰ ਬੰਦੇ ਜਿਹੜੇ ਮਤਲਬ ਹੁੰਦੇ ਤਾਂ ਉਹ ਸਿੱਖ ਹੀ ਆ, ਪਰ ਉਹ ਹੋਰ ਵਿਚਾਰਧਾਰਾ ਦੇ ਅਨੁਸਾਰ ਉਹ ਚੀਜ਼ਾਂ ਨੂੰ ਦੇਖਣ ਲੱਗ ਜਾਂਦੇ ਆ ਤੇ ਉਹ ਗੁੰਮਰਾਹ ਹੋ ਜਾਂਦੇ ਆ। ਮੈਂ ਇਹ ਬੇਨਤੀ ਕਰਦਾ ਵੀ ਕੋਈ ਵੀ ਸਿੱਖ, ਕੋਈ ਵੀ ਸੰਸਥਾ ਗੁੰਮਰਾਹ ਨਾ ਹੋਵੇ, ਉਹ ਕੌਮ ਦੇ ਨਾਲ ਦ੍ਰਿੜਤਾ ਦੇ ਨਾਲ ਖੜੀ ਹੋਵੇ, ਕਿਉਂਕਿ ਇਹੀ ਸਿਸਟਮ ਆ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ ਨੂੰ ਅੱਗਾਂ ਲਾਈਆਂ। ਇਹੀ ਸਿਸਟਮ ਆ ਜਿਹਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਨਹੀਂ ਦਿੱਤਾ। ਇਸ ਕਰਕੇ ਇਹਦੇ ਤੇ ਰੱਤੀ ਭਰ ਵੀ ਜਿਹੜਾ ਥੋੜਾ ਜਿਹਾ ਵੀ ਇੱਥੇ ਵਿਸ਼ਵਾਸ ਕਰਨਾ ਜਾਂ ਉਹਨੂੰ ਚਲਾਉਣਾ ਇੱਕ ਸਿੱਖ ਦੇ ਲਈ ਬਿਲਕੁਲ ਨਹੀਂ ਉਹ ਦਰੁਸਤ ਗੱਲ ਹੈਗੀ। ਸਾਨੂੰ ਆਪਣੇ ਨਿਸ਼ਾਨ ਚਲਾਉਣੇ ਚਾਹੀਦੇ ਆ। ਜੇ ਅਸੀਂ ਕੈਨੇਡਾ 'ਚ ਵੀ ਗਏ ਆ, ਅਮਰੀਕਾ 'ਚ ਵੀ ਗਏ ਆ, ਉੱਥੇ ਜਾ ਕੇ ਵੀ ਅਸੀਂ ਆਪਣੇ ਨਿਸ਼ਾਨ ਚਲਾਏ ਆ। ਤੇ ਉੱਥੇ ਦੇਖੋ ਉਹਨਾਂ ਨੂੰ ਤਾਂ ਕੋਈ ਜਿਹੜੀ ਹੈਗੀ ਆ ਆਪੱਤੀ ਨਹੀਂ ਹੈਗੀ। ਜੇ ਆਪੱਤੀ ਹੈ ਤਾਂ ਇਹਨਾਂ ਨੂੰ ਹੈ, ਇੰਡੀਆ ਵਾਲਿਆਂ ਨੂੰ। ਕਦੀ ਤੁਸੀਂ ਦੇਖਿਆ ਵੀ ਤੇ ਇੰਡੀਆ ਦੇ ਵਿੱਚ ਕਿਤੇ ਤਿਰੰਗੇ ਦੇ ਨਾਲ ਇਹਨਾਂ ਨੇ ਸਾਡਾ ਨਿਸ਼ਾਨ ਝੁਲਾਇਆ ਹੋਵੇ? ਇਹਨਾਂ ਨੂੰ ਇਸ ਗੱਲ ਦਾ ਪਤਾ ਆ ਕਿਉਂਕਿ 1947 ਤੋਂ ਪਹਿਲਾਂ ਵੀ ਜਿਹੜਾ ਗਾਂਧੀ ਸੀਗਾ ਉਹ ਮੁੜ ਕੇ ਇਹ ਚਿੱਠੀਆਂ ਸਿੱਖਾਂ ਨੂੰ ਲਿਖਦਾ ਰਿਹਾ ਵੀ ਤੁਸੀਂ ਮੈਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਓ ਕਿ ਤੁਸੀਂ ਦੁਬਾਰਾ ਮਤਲਬ ਰਾਜ ਦੀ ਜਿਹੜੀ ਗੱਲ ਆ ਤੁਸੀਂ ਨਹੀਂ ਕਰੋਗੇ, ਠੀਕ ਹੈ ਨਾ। ਉਹ ਸਾਨੂੰ ਬਰਗਲਾਉਂਦੇ ਰਹੇ, ਪਰ ਅਸੀਂ ਬੜਾ ਵੱਡਾ ਧੋਖਾ ਖਾਧਾ। ਸਾਡੀ ਲੀਡਰਸ਼ਿਪ ਨੇ 1947 'ਚ ਧੋਖਾ ਖਾਧਾ, ਅਸੀਂ ਬਰਗਲਾਏ ਗਏ। ਅਸੀਂ ਉਸ ਮੁਲਕ ਨਾਲ ਆਪਣੀ ਕਿਸਮਤ ਨੱਥੀ ਕਰ ਬੈਠੇ ਜਿਹੜੀ ਸਾਡੇ ਨਾਲ ਢਿੱਡੋ ਵੈਰੀ ਸੀ। ਅਸੀਂ ਕਿੰਨੀਆਂ ਜ਼ਮੀਨ ਜਾਇਦਾਦਾਂ ਦੇ ਮਾਲਕ ਸੀਗੇ। ਇੱਕ ਪਾਸੇ ਦਿੱਲੀ ਦੇ ਵਿੱਚ ਤਿਰੰਗਾ ਝੂਲ ਰਿਹਾ ਸੀ, ਇੱਕ ਪਾਸੇ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਦਾ ਪਾਕਿਸਤਾਨ ਦਾ ਫਲੈਗ ਝੂਲ ਰਿਹਾ ਸੀ, ਤੇ ਸਿੱਖ ਜਿਹੜੇ ਸੀ ਆਪਣੀ ਕਿਸਮਤ ਨੂੰ ਗੱਡਿਆਂ ਤੇ ਲੱਦੀ 4 ਦਿਨ ਕੱਚੇ ਰਸਤਿਆਂ ਦੇ ਉੱਤੇ ਘੁੰਮਦੇ ਰਹੇ, ਕਿਉਂਕਿ ਕੋਈ ਵੀ ਆਸ਼ਿਆਨਾ ਨਹੀਂ ਸੀ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਹੱਦਾਂ ਦਾ ਕੋਈ ਨਹੀਂ ਸੀ। ਮਤਲਬ ਅਸੀਂ ਇੰਨਾ ਵੱਡਾ ਕੌਮੀ ਆਰਥਿਕ ਸਾਡੀਆਂ ਭੈਣਾਂ ਧੀਆਂ ਬੇਪਤ ਕੀਤੀਆਂ ਗਈਆਂ, ਅਸੀਂ ਇੰਨਾ ਵੱਡਾ ਨੁਕਸਾਨ ਝੱਲ ਕੇ ਇਸ ਖਿੱਤੇ 'ਚ ਆਏ। ਅਸੀਂ ਆਪਣੀ ਕਿਸਮਤ ਨੱਥੀ ਕੀਤੀ ਤੇ ਇਹ ਨੁਕਸਾਨ ਇਹਨਾਂ ਨੇ ਮਤਲਬ ਸਾਡੀ ਨੁਕਸਾਨ ਦੀ ਪੂਰਤੀ ਤਾਂ ਕੀ ਹੋਣੀ ਸੀ। ਤੇ ਉਸ ਪਹਿਲੇ ਦਿਨ ਤੋਂ ਹੀ ਜਿਹੜਾ ਇਹ ਸਿੱਖਾਂ ਦਾ ਲੀਡਰ ਉਸ ਟਾਈਮ ਤੇ ਮਾਸਟਰ ਤਾਰਾ ਸਿੰਘ, ਉਹਨਾਂ ਨੂੰ ਦੇਸ਼ ਧਰੋਹ ਦੇ ਮੁਕੱਦਮੇ 'ਚ ਕਹਿ ਦੇਣ, ਉਹਨਾਂ ਨੂੰ ਅਰੈਸਟ ਕਰ ਲੈਣਾ, ਸਾਡੇ ਉੱਤੇ ਜਿਹੜਾ ਜਰੇਮ ਪੇਸ਼ਾ ਕੌਮ ਦਾ ਸਾਨੂੰ ਖਿਤਾਬ ਦੇਣਾ, ਉਸ ਤੋਂ ਬਾਅਦ ਸਾਡਾ ਸੂਬਾ ਨਾ ਬਣਨ ਦੇਣਾ, ਉਸ ਤੋਂ ਬਾਅਦ ਸਾਡੀਆਂ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਇਹਨਾਂ ਨੇ ਪ੍ਰੋਪੇਗੈਂਡਾ ਕੀਤਾ। ਅੱਜ ਤੁਸੀਂ ਦੇਖੋ ਸਾਡੇ ਬਿੰਦੀ ਸਿੰਘਾਂ ਦਾ ਇਹ ਮਤਲਬ ਮੁੱਦਾ ਹੈਗਾ ਆ ਵੀ ਉਹਨਾਂ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਵਜੂਦ ਵੀ ਜਿਹੜਾ ਹੈਗਾ ਉਹ ਰਿਹਾ ਨਹੀਂ ਹੋਣੇ। ਤੇ ਰਿਹਾ ਤਾਂ ਕੀ ਕਰਨੇ ਆ, ਹੁਣ ਆ ਜਿਹੜੀ ਸਰਕਾਰ ਬਣੀ ਆ ਹੁਣ ਤਾਂ ਪੇਰੋਲ ਵੀ ਜਿਹੜੀ ਆ ਉਹ ਵੀ ਬੰਦ ਕੀਤੀ ਗਈ ਆ, ਤੇ ਕੱਲ ਨੂੰ ਉਹਦਾ ਇੱਕ ਧਰਨਾ ਵੀ ਪਟਿਆਲੇ ਵਿੱਚ ਰੱਖਿਆ ਗਿਆ ਆ। ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੇਖੋ, ਫਿਰ ਇੱਥੇ ਜਿਹੜਾ ਸਾਡਾ ਪਿਛਲੇ ਸਮੇਂ ਘਾਣ ਹੋਇਆ ਉਹ ਦੇਖੋ, ਫਿਰ ਦਿੱਲੀ 'ਚ ਜਾਂ ਹੋਰ ਜਗ੍ਹਾ ਸਿੱਖਾਂ ਦੇ ਕਤਲੇਆਮ ਜਿਹੜੇ ਹੋਏ ਉਹ ਦੇਖੋ। ਇਹ ਸਾਰਾ ਦੇਖਣ ਤੋਂ ਬਾਅਦ ਕੋਈ ਸਿੱਖ ਹੱਥ 'ਚ ਤਿਰੰਗਾ ਨਹੀਂ ਫੜ ਸਕਦਾ। ਇਹ ਜਿਹੜੀ ਤੁਸੀਂ ਨਾ ਲੰਮੀ ਚੌੜੀ ਲਿਸਟ ਹੈਗੀ ਆ, ਮੈਂ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ, ਇੱਕ ਸਵਾਲ ਮੈਂ ਤੁਹਾਡੇ ਕੋਲ ਹੋਰ ਜ਼ਰੂਰ ਲੈਣਾ ਚਾਹੂੰਗਾ। ਮੇਰੇ ਨਾਲ ਕਰਨੈਲ ਸਿੰਘ ਲਵਲੀ ਜੀ ਵੀ ਹੈਗੇ ਨੇ, ਆਪਾਂ ਉਹਨਾਂ ਵੱਲ ਵੀ ਆਵਾਂਗੇ। ਇੰਨਾ ਕੁਛ ਚੱਲਿਆ ਹੈਗਾ ਦਰਸ਼ਕੋ, ਜਿੱਦਾਂ ਮੈਨੂੰ ਲੱਗਦਾ ਕਿ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਵੀ ਕੀ ਕੁਛ ਚੱਲਿਆ ਹੈਗਾ, ਕਿੰਨਾ ਕੁਝ ਚੱਲਿਆ ਹੈਗਾ। ਇੰਨਾ ਕੁਛ ਚੱਲਿਆ ਪਿਛਲੇ 75 ਵਰ੍ਹਿਆਂ ਦੇ ਵਿੱਚ ਕਿ ਉਹਦੀ ਬਹੁਤ ਹੀ ਜ਼ਿਆਦਾ ਇੱਕ ਲੰਮੀ ਲਿਸਟ ਬਣ ਸਕਦੀ ਹੈ। ਜੇ ਇਹ ਸਵਾਲ ਕੀਤਾ ਜਾਵੇ ਨਾ ਵੀ ਕੀ ਇਹ ਆਜ਼ਾਦੀ ਹੈ, ਸਿੱਖਾਂ ਲਈ ਕੀ ਇਹ ਆਜ਼ਾਦੀ ਹੈ ਕਿ ਕਿਸੇ ਹੋਰ ਮੁਲਕ ਦੇ ਵਿੱਚ ਇਸ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਨਹੀਂ ਹੁੰਦੀ ਜਿੱਦਾਂ ਇੱਥੇ ਹੁੰਦੀ ਹੈ। ਔਰ ਉਸ ਤੋਂ ਵੀ ਜਿਹੜੀ ਅਗਲੀ ਗੱਲ ਹੈਗੀ ਆ, ਵੱਡੀ ਗੱਲ ਹੈਗੀ ਆ ਕਿ ਉਹ ਜਿਹੜੇ ਦੋਸ਼ੀ ਹੈਗੇ ਨੇ ਉਹ ਲੱਭਦੇ ਨਹੀਂ ਹੈਗੇ। ਉਸ ਤੋਂ ਅਗਲੀ ਗੱਲ ਤੁਸੀਂ ਵੇਖੋ, ਇਸੇ ਹੀ ਪੰਜਾਬ ਦੀ ਧਰਤੀ ਦੇ ਉੱਪਰ ਜਿੱਥੇ ਕਦੀ ਖਾਲਸੇ ਦਾ ਰਾਜ ਹੁੰਦਾ ਸੀਗਾ, ਉੱਥੇ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਨ ਵਾਲੇ ਜਿਹੜੇ ਬੇਅਦਬੀ ਦਾ ਇਨਸਾਫ ਮੰਗਣ ਵਾਲੇ, ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ 2 ਸਿੰਘ ਸ਼ਹੀਦ ਹੋ ਜਾਂਦੇ ਆ ਔਰ ਉਹਨਾਂ ਦਾ ਇਨਸਾਫ ਨਹੀਂ ਮਿਲਦਾ। ਹਾਲੇ ਤੱਕ ਵੀ ਸਿੱਖਾਂ ਨੂੰ ਸੜਕਾਂ ਦੇ ਉੱਪਰ ਧਰਨੇ ਲਾਉਣੇ ਪੈ ਰਹੇ ਆ। ਆਹ ਹੈ ਭਾਰਤ ਦੇ ਵਿੱਚ ਸਿੱਖਾਂ ਨੂੰ ਮਿਲੀ ਹੋਈ ਆਜ਼ਾਦੀ ਦੇ 75 ਵਰ੍ਹੇ। ਨੋਬਲਜੀਤ ਸਿੰਘ ਜੀ, ਇੱਕ ਮੈਂ ਤੁਹਾਡੇ ਕੋਲ ਹੋਰ ਗੱਲ ਜ਼ਰੂਰ ਜਾਣਨੀ ਚਾਹੂੰਗਾ ਭਈ,
ਇਹ ਜਿਹੜੀ ਆਪਣੇ ਕੋਲ ਲਿਸਟ ਹੈਗੀ ਆ ਵੀ ਕੀ ਆ ਹੈ ਆਜ਼ਾਦੀ, ਇੰਨਾ ਕੁਝ ਚੱਲਿਆ। ਪਰ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਆ, ਬੀਜੇਪੀ ਦੇ ਵਿੱਚ ਹੁਣ ਚਲ ਗਏ ਭਾਵੇਂ, ਪਰ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਇਹ ਜਿਹੜਾ ਸਿਰ ਵਾ ਮੇਰਾ ਇਹ ਕੱਟ ਤਾਂ ਸਕਦਾ ਪਰ ਬੀਜੇਪੀ ਦੇ ਵਿੱਚ ਨਹੀਂ ਜਾਊਂਗਾ। ਹੁਣ ਬੀਜੇਪੀ ਦੇ ਵਿੱਚ ਚਲਾ ਗਿਆ ਔਰ ਇੱਕ ਪਾਸੇ ਆਪਾਂ ਤੇ ਸਿੱਖ ਤੇ ਆ ਆਪਣੇ ਹੱਥਾਂ ਦੇ ਵਿੱਚ ਖਾਲਸੇ ਨਿਸ਼ਾਨ ਸਾਹਿਬ ਲੈ ਕੇ ਔਰ ਉਹ ਤਿਰੰਗਾ ਮਾਰਚ ਕੱਢ ਰਹੇ ਨੇ, ਕੱਢਿਆ ਉਹਨਾਂ ਨੇ। ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਦੇਖੋ, ਜਿਹੜਾ ਇਹ ਜਦੋਂ 1947 ਦੇ ਵਿੱਚ ਵੀ ਨਾ ਜਿਹੜਾ ਬਲਦੇਵ ਸਿੰਘ ਸੀਗਾ ਜੀ, ਇਹ ਸਭ ਤੋਂ ਕਮਜ਼ੋਰ ਕੜੀ ਸੀ ਸਿੱਖਾਂ ਦੀ ਜੀ, ਜਿਹਨੂੰ ਨਹਿਰੂ ਗਾਂਧੀ ਹੁਣਾਂ ਨੇ ਬਰਗਲਾ ਕੇ ਸਿੱਖਾਂ ਵੱਲੋਂ ਸ਼ਾਮਲ ਕੀਤਾ, ਜਦ ਕਿ ਉਹਦਾ ਕੋਈ ਐਡਾ ਆਧਾਰ ਨਹੀਂ ਸੀ ਸਿੱਖਾਂ ਦੇ ਵਿੱਚ। ਜੀ, ਤੇ ਸਿੱਖਾਂ ਦੀ ਜਿਹੜੀ ਪ੍ਰਤੀਨਿਧਤਾ ਸੀ ਮਾਸਟਰ ਤਾਰਾ ਸਿੰਘ, ਇਹ ਸਾਰੇ ਕਰ ਰਿਹਾ ਸੀ ਅਕਾਲੀ ਦਲ। ਜੀ, ਤੇ ਇਹ ਜਿਹੜਾ ਵਿਅਕਤੀ ਆ ਇਹ ਇੰਨਾ ਕੁ ਕਮਜ਼ੋਰ ਆ ਜੀ, ਕਿ ਸਿਰਫ ਇਹਦੇ ਸਿਰ ਤੇ ਪੱਗ ਆ, ਨਾ ਇਹ ਕੋ ਗੁਰੂ ਦੀ ਬਾਣੀ ਆ, ਨਾ ਇਹ ਕੋ ਗੁਰੂ ਦਾ ਵਿਚਾਰ ਆ। ਇਹ ਬੰਦੇ ਕੋ ਕੁਝ ਵੀ ਨਹੀਂ ਹੈਗਾ, ਇਹ ਇੱਕ ਡੰਮੀ ਆ। ਤੇ ਡੰਮੀ ਦੇ ਵਿੱਚ ਆਰਐਸਐਸ ਤੇ ਬੀਜੇਪੀ ਦੀ ਸਿਮ ਪਈ ਹੋਈ ਆ। ਉਹ ਸਿਮ, ਉਹ ਸਿਗਨਲ ਉਹਨਾਂ ਦਾ ਹੀ ਫੜਦੀ ਆ। ਉਹ ਜਿੱਥੇ ਇਹਨੂੰ ਤੋਰਦੇ ਆ ਰਿਮੋਟ ਵਾਂਗੂ, ਉਹ ਉਧਰ ਨੂੰ ਤੋਰ ਦਿੰਦੇ ਆ। ਇਹ ਕੌਮ ਨੂੰ ਫੈਸਲਾ ਕਰਨ ਦੀ ਲੋੜ ਆ ਵੀ ਇਸ ਇਦਾਂ ਦੇ ਬੰਦਿਆਂ ਨਾਲ ਕਿੱਦਾਂ ਵਰਤਣਾ ਆ। ਇਹ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਮਤਲਬ ਆਪਣੇ ਪੈਰ ਪਸਾਰਨ ਦੀ ਹੁਣ ਕੋਸ਼ਿਸ਼ ਕੀਤੀ ਆ ਤੇ ਅਸੀਂ ਇਹਨਾਂ ਲਈ ਵੀ ਪਾਲਿਸੀ ਤਿਆਰ ਕਰਾਂਗੇ ਵੀ ਇਹਨਾਂ ਨੂੰ ਅਸੀਂ ਜਿਹੜੇ ਸਿੱਖੀ ਸਰੂਪ ਦੇ ਵਿੱਚ ਪੱਗਾਂ ਬੰਨ੍ਹ ਕੇ ਆਪਣੇ ਆਪ ਨੂੰ ਬੜਾ ਪੇਸ਼ ਕਰਦੇ ਆ, ਇਹਨਾਂ ਨਾਲ ਅਸੀਂ ਕਿੱਦਾਂ ਸਿੱਝਣਾ ਆ। ਇਹ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹਦੀ ਪਾਲਿਸੀ ਤਿਆਰ ਕਰਾਂਗੇ। ਜ਼ਰੂਰ ਹੋਣਾ ਚਾਹੀਦਾ ਸਾਰਾ ਕੁਝ। ਕਰਨੈਲ ਸਿੰਘ ਲਵਲੀ ਜੀ ਮੇਰੇ ਨਾਲ ਹੈਗੇ ਨੇ। ਕਰਨੈਲ ਸਿੰਘ ਲਵਲੀ ਜੀ, ਕੀ ਕਹਿਣਾ ਚਾਹੁੰਦੇ ਹੋ? ਮਨਜਿੰਦਰ ਸਿੰਘ ਸਿਰਸੇ ਹੁਣਾਂ ਦੀ ਗੱਲ ਕਰਕੇ ਹਟਿਆ ਜਾਂ ਉਹਨਾਂ ਵਰਗੇ ਹੋਰ, ਮੈਂ ਵੇਖਦਾ ਵੀ ਉਹਨਾਂ ਦੀ ਦੇਖੋ ਦੇਖੀ ਨਾ ਫਿਰ ਕਈ ਜਾਣੇ ਐਦਾਂ ਸਮਝਣ ਲੱਗ ਪੈਂਦੇ ਆ ਵੀ ਦੇਖੋ ਜੀ ਸਿੱਖਾਂ ਨੇ ਵੀ ਤਿਰੰਗਾ ਮਾਰਚ ਕੱਢੇ ਹੈਗਾ, ਕੇਸਰੀ ਪੱਗਾ ਬੰਨ੍ਹ ਕੇ ਆਏ ਸੀਗੇ, 750 ਸਿੱਖ ਨੌਜਵਾਨ ਕਹਿੰਦੇ ਮੁੰਡੇ ਨਾਲ ਸੀਗੇ ਉਹਨਾਂ ਦੇ। ਸੋ ਇੱਕ ਤਰ੍ਹਾਂ ਜ਼ਰੂਰ ਇੱਕ ਮੈਸੇਜ ਤਾਂ ਜਾਂਦਾ ਹੀ ਆ ਨਾ ਦੁਨੀਆ ਦੇ ਵਿੱਚ ਵੀ ਸਿੱਖ ਬੀਜੇਪੀ ਦਾ ਜਾਂ ਭਾਰਤ ਦੀ ਸਰਕਾਰ ਦਾ ਕਿਹਾ ਮੰਨਦੇ ਆ, ਇੱਕ ਸੁਨੇਹਾ ਤਾਂ ਲੋਕਾਂ 'ਚ ਜਾਂਦਾ ਹੀ ਆ ਨਾ ਫਿਰ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ, ਬਾਰ-ਬਾਰ ਇਹ ਗੱਲ ਨੂੰ ਕੀਤਾ ਜਾ ਰਿਹਾ ਵੱਡੇ ਵੱਡੇ ਆਗੂਆਂ ਵੱਲੋਂ ਵੀ, ਤੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਰਾਸ਼ਟਰ ਭਗਤ ਕਹਿੰਦੇ ਆ, ਰਾਸ਼ਟਰਵਾਦੀ ਕਹਿੰਦੇ ਆ ਜੀ, ਉਹ ਬਾਰ-ਬਾਰ ਇੱਕ ਗੱਲ ਪ੍ਰਚਾਰਦੇ ਆ। ਪਹਿਲੀ ਗੱਲ ਤਾਂ ਤੁਸੀਂ ਦੇਖੋ, ਇਹ ਜਿਹੜਾ ਇਹ ਮਸਲਾ ਉੱਠਿਆ ਜੀ, ਮੇਰਾ ਇਹ ਸਵਾਲ ਆ ਕਿ ਕੀ ਲੋੜ ਪੈ ਗਈ ਨਰਿੰਦਰ ਮੋਦੀ ਨੂੰ, ਭਾਰਤੀ ਹਕੂਮਤ ਨੂੰ ਇਹ ਗੱਲ ਕਹਿਣ ਦੀ ਵੀ 25-30 ਲੱਖ ਜਿਹੜਾ ਤਿਰੰਗਾ ਪੰਜਾਬ 'ਚ ਭੇਜਿਆ ਜਾਵੇ, ਪੰਜਾਬ ਵਿੱਚ ਜਿਹੜੇ ਲੋਕ ਆ ਆਪਣੇ ਘਰਾਂ ਦੇ ਉੱਤੇ ਤਿਰੰਗਾ ਲਹਿਰਾਉਣ। ਪਹਿਲਾ ਸਵਾਲ ਇਹ ਪੈਦਾ ਹੁੰਦਾ ਵੀ ਲੋੜ ਕੀ ਪੈ ਗਈ? ਕੀ ਇਹਨਾਂ ਨੂੰ ਜਿਹੜੇ ਲੋਕ ਰਾਸ਼ਟਰ ਭਗਤ ਵਾ, ਉਹਨਾਂ ਰਾਸ਼ਟਰ ਭਗਤਾਂ ਦੇ ਉੱਤੇ ਕੋਈ ਸ਼ੱਕ ਸੀਗਾ? ਪਹਿਲਾ ਸਵਾਲ ਇਹ ਵੀ ਕੀ ਲੋੜ ਪੈ ਗਈ ਇਹ ਬਿਆਨ ਦੇਣ ਦੀ ਵੀ ਪੰਜਾਬ ਦੀ ਧਰਤੀ ਦੇ ਉੱਤੇ 25-30 ਲੱਖ ਜਿਹੜਾ ਤਿਰੰਗਾ ਉਹ ਚਲਾਇਆ ਜਾਵੇ। ਹੋ ਸਕਦਾ ਪਿਛਲੇ ਵਰੇ 26 ਜਨਵਰੀ ਨੂੰ ਲਾਲ ਕਿਲੇ ਤੇ ਸਿੱਖਾਂ ਨੇ ਸਾਰਾ ਕੁਝ ਕਰਤਾ ਸੀਗਾ, ਸ਼ਾਇਦ ਇਹ ਵੀ ਵਜ੍ਹਾ ਹੋ ਸਕਦੀ ਆ। ਦੇਖੋ, ਇਹ ਤਾਂ ਵਿਵਾਦ ਜਾਣ ਬੁੱਝ ਕੇ ਛੇੜਿਆ ਗਿਆ ਜੀ। ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਚੁੰਡੀ ਵੱਢ ਕੇ ਦੇਖਿਆ ਗਿਆ ਕਿ ਪੰਜਾਬ ਦੇ ਜਿਹੜੇ ਲੋਕ ਆ, ਚਾਹੇ ਪੰਜਾਬ ਵਿੱਚ ਵਸਦਾ ਹਿੰਦੂ ਆ, ਚਾਹੇ ਪੰਜਾਬ ਵਿੱਚ ਵਸਦਾ ਮੁਸਲਮਾਨ ਆ, ਚਾਹੇ ਪੰਜਾਬ ਵਿੱਚ ਵਸਦਾ ਕ੍ਰਿਸਚਨ ਆ, ਦਲਿਤ ਆ, ਮੂਲ ਨਿਵਾਸੀ ਆ, ਕਿ ਉਹ ਪੰਜਾਬ ਦਾ ਜਿਹੜਾ ਸੱਭਿਆਚਾਰ ਆ, ਪੰਜਾਬ ਦੀ ਜਿਹੜੀ ਹੋਂਦ ਵਾ, ਦੇਸ਼ ਪੰਜਾਬ ਦਾ ਜਿਹੜਾ ਸਿਧਾਂਤ ਵਾ, ਜਿਹੜਾ ਕੌਮ ਦਾ ਸਿਧਾਂਤ ਵਾ, ਕੀ ਸਿੱਖ ਉਹਨੂੰ ਭੁੱਲ ਗਏ ਆ? ਇਹ ਇੱਕ ਚੁੰਡੀ ਵੱਢ ਕੇ ਦੇਖਿਆ ਗਿਆ। ਦੂਜੇ ਨੰਬਰ ਦੇ ਉੱਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੋਈ ਆਪਣੇ ਘਰਾਂ ਤੇ ਰਾਸ਼ਟਰ ਭਗਤ, ਰਾਸ਼ਟਰਵਾਦੀ ਤਿਰੰਗਾ ਲਹਿਰਾਏ, ਉਹਨੂੰ ਮੁਬਾਰਕ ਆ, ਉਹਨੂੰ ਮੁਬਾਰਕ ਆ ਆਜ਼ਾਦੀ। ਪਰ ਪੰਜਾਬ ਦੇ ਵਿੱਚ ਜਦੋਂ 1947 ਨੂੰ ਵੰਡ ਹੋਈ ਆ, ਕੇਵਲ ਤੇ ਕੇਵਲ ਦੇਸ਼ ਪੰਜਾਬ ਦੀ ਵੰਡ ਹੋਈ ਆ, ਦੇਸ਼ ਪੰਜਾਬ ਦੀ ਵੰਡ ਹੋਈ ਆ ਤੇ ਨਾਲ ਬੰਗਾਲ ਦੀ ਵੰਡ ਹੋਈ ਆ। ਉਸ ਤੋਂ ਇਲਾਵਾ ਹੋਰ ਕੋਈ ਸਟੇਟ ਵੰਡੀ ਨਹੀਂ ਗਈ। ਉਹਦਾ ਬਹੁਤ ਵੱਡਾ ਕਾਰਨ ਇਹ ਰਿਹਾ 1947 ਵੇਲੇ ਜਦੋਂ ਜਵਾਹਰ ਲਾਲ ਨਹਿਰੂ, ਆਪਣੇ ਜਿਹੜੇ ਗਾਂਧੀ, ਪਟੇਲ ਹੋਣੇ ਸੀਗੇ, ਨਹਿਰੂ ਹੋਣੇ ਸੀਗੇ,
ਇਹਨਾਂ ਲੋਕਾਂ ਨੇ ਆਪਣਾ ਰਾਜ ਭਾਗ ਲੈ ਲਿਆ। ਮੁਹੰਮਦ ਅਲੀ ਜਿਨਾਹ ਨੇ ਆਪਣਾ ਰਾਜ ਭਾਗ ਲੈ ਲਿਆ। ਜਿਹੜਾ ਦੇਸ਼ ਪੰਜਾਬ 1849 ਵੇਲੇ ਜਿਹੜਾ ਗੁਲਾਮ ਬਣ ਗਿਆ ਸੀ, ਸਿੱਖ ਰਾਜ ਖਤਮ ਹੋ ਗਿਆ ਸੀ, ਉਸ ਦੇਸ਼ ਪੰਜਾਬ ਨੂੰ ਤੋੜਨ ਵਾਸਤੇ ਇਹ ਜਿਹੜੀ 47 ਹੋਈ ਆ। ਕਿਉਂਕਿ ਇਸ ਦੇਖੋ ਤੁਸੀਂ ਇੱਕ ਸਵਾਲ, ਮੈਂ ਰਾਤ ਵੀ ਇਹ ਗੱਲ ਸੋਚਦਾ ਸੀ, ਇੱਕ ਸਵਾਲ ਪੈਦਾ ਹੁੰਦਾ ਕਿ ਜੇ 1947 ਵੇਲੇ ਵੰਡ ਹੋਈ ਆ ਤੇ ਕੇਵਲ ਪੰਜਾਬ ਦੇਸ਼ ਦੀ ਕਿਉਂ ਵੰਡ ਹੋਈ? ਹੋਰ ਰਿਆਸਤਾਂ ਵੀ ਸੀ, ਹੋਰ ਸਟੇਟਾਂ ਵੀ ਸੀ, ਸਿਰਫ ਪੰਜਾਬ ਦੇਸ਼ ਦੀ ਵੰਡ ਹੋਣ ਦਾ ਇਹ ਕਾਰਨ ਸੀ ਕਿ ਇਹ ਸਿੱਖਾਂ ਦਾ ਕਰਮ ਖੇਤਰ ਸੀ। ਇਸ ਖਿੱਤੇ ਦੇ ਉੱਤੇ, ਇਸ ਦੇਸ਼ ਉੱਤੇ ਸਿੱਖ ਕੌਮ ਰਾਜ ਕਰਦੀ ਸੀ। ਇਸ ਕਰਕੇ ਸਿੱਖਾਂ ਦੀ, ਮੁਸਲਮਾਨਾਂ ਦੀ ਜਿਹੜੀ ਤਾਕਤ ਨੂੰ ਤੋੜਨ ਵਾਸਤੇ ਸਿੱਖ ਭਾਈਚਾਰਾ ਮੁਸਲਿਮ ਭਾਈਚਾਰੇ ਦੇ ਵਿੱਚ ਦੁਸ਼ਮਣੀ ਪਾਉਣ ਕਰਕੇ, ਵੰਡੀਆਂ ਪਾਉਣ ਕਰਕੇ ਇਹ 47 ਵੇਲੇ ਜਿਹੜਾ ਦੇਸ਼ ਪੰਜਾਬ ਸੀ ਉਹਦੇ ਟੁਕੜੇ ਕੀਤੇ ਗਏ। ਉਸ ਤੋਂ ਬਾਅਦ ਤੁਸੀਂ ਦੇਖੋ ਦਾਅਵੇਦਾਰ ਤਾਂ ਸਿੱਖ ਸੀਗੇ, ਇੱਕ ਧਿਰ ਵਜੋਂ, ਇੱਕ ਕੌਮੀਅਤ ਵਜੋਂ ਦਾਅਵੇਦਾਰ ਸਿੱਖ ਸੀਗੇ, ਪਰ ਸਿੱਖਾਂ ਨੂੰ 47 ਦੀ ਵੰਡ ਵੇਲੇ ਰਾਜ ਭਾਗ ਦੇ ਵਿੱਚੋਂ ਜਦੋਂ ਰਾਜ ਭਾਗ ਲੈਣ ਦੀ ਵਾਰੀ ਆਈ ਤਾਂ ਸਿੱਖਾਂ ਨੂੰ ਧਿਰ ਵਜੋਂ ਪੇਸ਼ ਨਹੀਂ ਕੀਤਾ ਗਿਆ। ਜਿਹੜੇ ਆਗੂ ਵੀ ਬਿਠਾ ਕੇ ਉੱਥੇ ਜਿਹੜੀ ਗੋਲ ਮੇਜ਼ ਕਾਨਫਰੰਸ ਹੋਈ ਸੀ ਉਹਦੇ ਵਿੱਚ ਜਿਹੜੇ ਆਗੂ ਵੀ ਬਿਠਾਏ ਸੀਗੇ, ਉਹਨਾਂ ਦੇ ਮਗਰ, ਜਿੱਦਾਂ ਨੋਬਲਜੀਤ ਸਿੰਘ ਹੁਣਾਂ ਨੇ ਦੱਸ ਕੇ ਹਟਿਆ, ਉਹਨਾਂ ਦੇ ਮਗਰ ਵੀ ਪੂਰੀ ਸਿੱਖ ਕੌਮ ਨਹੀਂ ਸੀ। ਉਹ ਉਹਨਾਂ ਦੇ ਹੀ ਚਿਹਰੇ ਜਿਹੜੇ ਲਿਆ ਕੇ ਉੱਥੇ ਫਿੱਟ ਕੀਤੇ ਗਏ। ਫੇਰ ਉਹਨਾਂ ਨੂੰ ਦੇਖੋ ਤੁਸੀਂ, ਰਾਜ ਭਾਗ ਜਦੋਂ ਖੋਹਣਾ ਹੁੰਦਾ ਉਹਨਾਂ ਨੂੰ ਆਪਣੇ ਝਾਂਸੇ ਵਿੱਚ ਲਿਆ ਕਿ ਜਿਹੜੇ ਹਿੰਦੂਤਵੀ ਲੀਡਰਸ਼ਿਪ ਸੀ ਉਹਨਾਂ ਨੇ ਵਾਅਦੇ ਕੀਤੇ ਕਿ ਤੁਸੀਂ ਜਿਨਾਹ ਹੋਣਾ ਨੂੰ ਜਾ ਲੈਣ ਦਿਓ, ਤੁਸੀਂ ਇਹਨਾਂ ਨੂੰ ਰਾਜ ਭਾਗ ਲੈ ਲੈਣ ਦਿਓ। ਉਸ ਤੋਂ ਬਾਅਦ ਸਿੱਖਾਂ ਨੂੰ ਪੰਜਾਬ ਵਿੱਚ ਇੱਕ ਇਹੋ ਜਿਹਾ ਖਿੱਤਾ ਦਿੱਤਾ ਜਾਊਗਾ ਜਿੱਥੇ ਸਿੱਖ ਕੌਮ ਆਪਣੀ ਰਾਜ ਭਾਗ ਦਾ ਨਿੱਘ ਜਿਹੜਾ ਮਾਣ ਸਕਣ। ਔਰ ਦੂਜੀ ਗੱਲ ਇੱਕ ਹੋਰ, ਬਾਰ-ਬਾਰ ਇਹ ਪ੍ਰਚਾਰਿਆ ਜਾ ਰਿਹਾ ਨਿਸ਼ਾਨ ਸਾਹਿਬ ਬਾਰੇ, ਇਸ ਕੇਸਰੀ ਖਾਲਸਾਈ ਪਰਚਮ ਬਾਰੇ ਇਹ ਗੱਲ ਪ੍ਰਚਾਰੀ ਜਾ ਰਹੀ ਆ ਮੀਡੀਆ ਦੁਆਰਾ ਵੀ। ਕੁਝ ਜਿਹੜੇ ਅਖੌਤੀ ਆਪਣੇ ਆਪ ਨੂੰ ਬਹੁਤ ਵੱਡੇ ਜਿਹੜੇ ਉਹ ਦੇਸ਼ ਭਗਤ ਵੀ ਕਹਿੰਦੇ ਆ, ਇੱਕ ਗੱਲ ਪ੍ਰਚਾਰੀ ਜਾ ਰਹੀ ਆ, ਮੈਂ ਉਹਨਾਂ ਨੂੰ ਜਵਾਬ ਜ਼ਰੂਰ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਬਾਰ-ਬਾਰ ਕਿਹਾ ਜਾ ਰਿਹਾ ਇਹ ਇੱਕ ਧਾਰਮਿਕ ਝੰਡਾ ਇੱਕ ਕੌਮ ਨੂੰ ਰਿਪਰੈਜ਼ੈਂਟ ਕਰਦਾ। ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਸੇ ਖਾਲਸਾਈ ਪਰਚਮ ਦੇ ਅਧੀਨ ਦੁਨੀਆ ਦਾ ਸਭ ਤੋਂ ਬਿਹਤਰੀਨ ਰਾਜ ਭਾਗ ਇਸੇ ਖਾਲਸਾ ਪਰਚਮ ਦੇ ਅਧੀਨ ਪੂਰੀਆਂ ਜਿਹੜੀ ਕੌਮ ਸੀਗੀ, ਜਿਹੜੇ ਇੱਥੇ ਦੇ ਹਿੰਦੂ ਸੀ, ਮੁਸਲਮਾਨ ਸੀ, ਕ੍ਰਿਸਚਨ ਸੀ, ਦਲਿਤ ਸੀ, ਮੂਲ ਨਿਵਾਸੀ ਸੀ, ਉਹਨਾਂ ਨੇ ਲਗਭਗ 60 ਸਾਲ ਦਾ ਦੁਨੀਆ ਦਾ ਬਿਹਤਰੀਨ ਰਾਜ ਭਾਗ ਇਸੇ ਨਿਸ਼ਾਨ ਸਾਹਿਬ, ਇਸੇ ਪਰਚਮ ਦੇ ਅਧੀਨ ਮਾਣਿਆ। ਔਰ ਇਸੇ ਨਿਸ਼ਾਨ ਸਾਹਿਬ ਦੇ ਅਧੀਨ ਕਿਸੇ ਦੇ ਨਾਲ ਵੀ ਧਾਰਮਿਕ ਤੌਰ ਤੇ, ਜਾਤੀ ਤੌਰ ਤੇ ਕੋਈ ਵਿਤਕਰਾ ਨਹੀਂ ਹੋਇਆ, ਕਿਸੇ ਵੀ ਔਰਤ ਦੇ ਨਾਲ ਰੇਪ ਨਹੀਂ ਹੋਇਆ, ਕਿਸੇ ਦੇ ਵੀ ਹੱਕ ਨਹੀਂ ਖੋਏ ਗਏ। ਔਰ ਇਸੇ ਨਿਸ਼ਾਨ ਸਾਹਿਬ ਦੇ ਅਧੀਨ ਹੁਣ ਤੱਕ ਜਿਹੜੀ ਕੌਮ ਆ ਆਪਣੀ ਆਪਣਾ ਜਿਹੜਾ ਸੰਘਰਸ਼ ਵਾ, ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੋਵੇ, ਚਾਹੇ ਪਾਣੀਆਂ ਦਾ ਮੁੱਦਾ ਹੋਵੇ, ਚਾਹੇ ਨਸ਼ੇ ਦੇ ਵਿਰੁੱਧ ਲੜਨ ਦੀ ਗੱਲ ਹੋਵੇ, ਚਾਹੇ ਪੰਜਾਬ ਦੀ ਜ਼ਮੀਨਾਂ ਦਾ ਮਸਲਾ ਹੋਵੇ, ਇਸੇ ਨਿਸ਼ਾਨ ਸਾਹਿਬ ਦੇ ਅਧੀਨ, ਖਾਲਸਾਈ ਪਰਚਮ ਦੇ ਅਧੀਨ ਕੌਮ ਨੇ ਆਪਣੀ ਲੜਾਈ ਲੜੀ ਆ। ਔਰ ਇਹ ਕੇਵਲ ਧਰਮ ਦਾ ਪ੍ਰਤੀਕ ਨਹੀਂ ਹੋ, ਇਹ ਸਾਡੇ ਸਿੱਖਾਂ ਦੀ ਪ੍ਰਭੂ ਸੱਤਾ ਰਾਜ ਭਾਗ ਦਾ ਇਹ ਨਿਸ਼ਾਨ ਸਾਹਿਬ ਜਿਹੜਾ ਪ੍ਰਤੀਕ ਆ। ਔਰ ਮੈਂ ਪੰਜਾਬ ਵਿੱਚ ਵੱਸਦੇ ਹਰ ਇੱਕ ਹਿੰਦੂ ਵੀਰ ਨੂੰ, ਮੁਸਲਮਾਨ ਵੀਰ ਨੂੰ, ਕ੍ਰਿਸਚਨ, ਮੂਲ ਨਿਵਾਸੀ, ਦਲਿਤ ਵੀਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪੋ ਆਪਣੇ ਨਿਸ਼ਾਨ ਸਾਹਿਬ ਚਲਾਓ, ਆਪਣੀ ਹੋਂਦ ਦਾ ਪ੍ਰਗਟਾਵਾ ਕਰੋ, ਕਿਉਂਕਿ ਇਹ ਹੋ ਸਕਦਾ ਉਹਨਾਂ ਲੋਕਾਂ ਲਈ ਇਹ ਆਜ਼ਾਦੀ ਦਾ ਪ੍ਰਤੀਕ ਹੋਵੇ 1947, ਪਰ ਸਾਡੇ ਲਈ ਇਹ ਉਜਾੜੇ ਦਾ ਦਿਨ ਵਾ। 10 ਲੱਖ ਤੋਂ ਵੱਧ ਜਿਹੜੇ ਸਿੱਖ, ਮੁਸਲਿਮ, ਹਿੰਦੂ, ਮੂਲ ਨਿਵਾਸੀ, ਦਲਿਤ ਜਿਹੜੇ ਆ ਇਸ ਵੰਡ ਦੇ ਵਿੱਚ ਉਜਾੜੇ ਗਏ। ਉਹ ਪੰਜਾਬ ਦੇ ਵਸਨੀਕ ਸੀ, ਕੁਛ ਉਧਰਲੇ ਪਾਸੇ ਰਹਿ ਗਏ, ਕੁਛ ਇਧਰਲੇ ਪਾਸੇ। ਉਸ ਤੋਂ ਬਾਅਦ 66 ਵਿੱਚ ਟੁਕੜੇ ਕਰ ਦਿੱਤੇ ਗਏ। 66 ਵਿੱਚ ਹਰਿਆਣਾ, ਹਿਮਾਚਲ, ਚੰਡੀਗੜ੍ਹ ਜਿਹੜਾ ਪੰਜਾਬ ਤੋਂ ਖੋਹ ਲਿਆ ਗਿਆ, ਜਿਹੜੀਆਂ ਹੁਣ ਵੱਡੇ ਵੱਡੇ ਲੀਡਰ ਬੈਠ ਕੇ ਗੱਲਾਂ ਕਰਦੇ ਆ। ਇਹ ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ 18 ਮੰਗਾਂ ਦੇ ਵਿੱਚ ਇਹ ਗੱਲ ਸ਼ਾਮਲ ਸੀਗੀ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਮੈਂ ਇੱਕ ਬਾਰ-ਬਾਰ ਬੇਨਤੀ ਕਰਦਾ ਕਿ ਆਪਣੀ ਹੋਂਦ ਦੇ ਪ੍ਰਗਟਾਵੇ ਦੇ ਲਈ, ਆਪਣੇ ਰਾਜ ਦੇ ਪ੍ਰਗਟਾਵੇ ਦੇ ਲਈ, ਆਪਣੀ ਚੜ੍ਹਦੀ ਕਲਾ ਦੇ ਪ੍ਰਗਟਾਵੇ ਦੇ ਲਈ 15 ਅਗਸਤ 1947 ਵਾਲੇ ਦਿਨ ਹਰ ਇੱਕ ਸਿੱਖ ਜਿਹੜਾ ਵਾ, ਹਰ ਇੱਕ ਜਿਹੜੀ ਕੌਮ ਦੇ ਜਿਹੜੇ ਲੋਕ ਆ,
ਉਹ ਆਪੋ ਆਪਣੇ ਘਰਾਂ ਦੇ ਵਿੱਚ ਆਪਣੇ ਨਿਸ਼ਾਨ ਜਿਹੜੇ ਉਹਨਾਂ ਦੀ ਹੋਂਦ ਦਾ ਪ੍ਰਤੀਕ ਆ ਉਹ ਜ਼ਰੂਰ ਜਿਹੜੇ ਆਪਣੇ ਘਰਾਂ ਤੇ ਚੜਾਉਣ। ਜ਼ਰੂਰ। ਮੈਨੂੰ ਲੱਗਦਾ ਕਿ ਕਹਿਣ ਨੂੰ ਬਹੁਤ ਕੁਝ ਹੈਗਾ ਆ, ਹਰੇਕ ਦੇ ਕੋਲ ਕਹਿਣ ਨੂੰ ਬਹੁਤ ਕੁਝ ਹੈਗਾ, ਕਿਉਂਕਿ ਪੰਜਾਬ ਦੇ ਲੋਕਾਂ ਨੇ, ਸਿੱਖਾਂ ਨੇ ਬਹੁਤ ਕੁਝ ਆਪਣੇ ਪਿੰਡੇ ਦੇ ਉੱਪਰ ਝੱਲਿਆ ਹੋਇਆ ਇਹਨਾਂ ਪਿਛਲੇ 75 ਵਰਿਆਂ ਦੇ ਵਿੱਚ ਉਸ ਤਿਰੰਗੇ ਦੀ ਛਤਰ ਛਾਇਆ ਦੇ ਹੇਠ। ਔਰ ਜਿਵੇਂ ਵੀਰ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਖਾਲਸਾਈ ਪਰਚਮ ਹੈਗਾ, ਇਸ ਖਾਲਸਾਈ ਪਰਚਮ ਦੇ ਹੇਠ ਇਕੱਲੇ ਸਿੱਖਾਂ ਹੀ ਨਹੀਂ, ਸਿੱਖਾਂ ਤੋਂ ਇਲਾਵਾ ਇੱਥੋਂ ਦੀਆਂ ਜਿਹੜੀਆਂ ਹੋਰ ਘੱਟ ਗਿਣਤੀ ਕੌਮਾਂ ਸੀਗੀਆਂ, ਭਾਵੇਂ ਹਿੰਦੂ ਭਾਈਚਾਰੇ ਦੇ ਲੋਕ ਸੀਗੇ, ਉਹਨਾਂ ਨੇ ਇੱਕ ਇੱਦਾਂ ਦਾ ਰਾਜ ਮਾਣਿਆ ਹੋਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ, ਜਿਹਨੂੰ ਖਾਲਸਾ ਰਾਜ ਆਖਿਆ ਜਾਂਦਾ ਹੈ, ਉਹ ਕਿੰਨਾ ਵਧੀਆ ਰਾਜ ਸੀਗਾ। ਅੱਜ ਜਿਹੜੇ ਸਰਵੋਤਮ ਰਾਜ ਨੇ ਦੁਨੀਆ ਦੇ, ਸਰਵੋਤਮ ਰਾਜਿਆਂ ਦੇ ਵਿੱਚੋਂ ਸਰਵੋਤਮ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਸਰਵੋਤਮ ਰਾਜ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਗਿਣਤੀ ਹੈ ਉਸ ਖਾਲਸਾ ਰਾਜ ਦੀ। ਸੋ ਜਿਵੇਂ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਆਪਣੇ ਘਰਾਂ ਦੇ ਉੱਪਰ ਤੁਸੀਂ ਆਹ ਖਾਲਸਾਈ ਨਿਸ਼ਾਨ ਸਾਹਿਬ ਜ਼ਰੂਰ ਚਲਾਓ। ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ, ਕਿਉਂਕਿ ਪੱਤਰਕਾਰਾਂ ਦੇ ਕੋਲ ਸਵਾਲ ਹੁੰਦੇ ਆ, ਮੈਂ ਇਸ ਕਰਕੇ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਚਾਹੇ ਸਿੱਖ ਨੇ ਚਾਹੇ ਗੈਰ ਸਿੱਖ ਨੇ, ਚਾਹੇ ਮਨਜਿੰਦਰ ਸਿੰਘ ਸਿਰਸਾ, ਚਾਹੇ ਮਨਜਿੰਦਰ ਸਿੰਘ ਸਿਰਸੇ ਦੇ ਮਗਰ ਲੱਗ ਕੇ 750 ਜਣੇ ਉਹ ਨੌਜਵਾਨ ਵੀਰ ਜਿਹੜੇ ਮੋਟਰਸਾਈਕਲਾਂ ਦੇ ਉੱਪਰ ਕੇਸਰੀ ਪੱਗਾਂ ਬੰਨ੍ਹ ਕੇ ਆਏ ਸੀਗੇ, ਉਹ ਹੋਣ, ਚਾਹੇ ਆਮ ਲੋਕ ਹੋਣ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ, ਪਰ ਸ਼ਾਮਾਂ ਨੂੰ ਜਿਨ੍ਹਾਂ ਨੂੰ ਢਿੱਡ ਭਰ ਕੇ ਰੋਟੀ ਨਹੀਂ ਮਿਲਦੀ, ਉਹ ਵੀ ਸਾਰਿਆਂ ਦੇ ਸਾਹਮਣੇ ਇੱਕ ਸਵਾਲ ਰੱਖਣਾ ਚਾਹੁੰਦਾ ਕਿ ਕੀ ਭਾਰਤ ਦੇ ਸੰਵਿਧਾਨ ਮੁਤਾਬਕ ਰੋਟੀ, ਕੱਪੜਾ, ਮਕਾਨ, ਹੈਲਥ, ਐਜੂਕੇਸ਼ਨ ਤੇ ਹੋਰ ਜਿਹੜੀਆਂ ਮੁੱਢਲੀ ਸਹੂਲਤਾਂ ਹੁੰਦੀਆਂ ਨੇ, ਜਿਹੜੀਆਂ ਕਿਸੇ ਵੀ ਸਰਕਾਰ ਦਾ ਦੇਣਾ ਮੁੱਢਲਾ ਫਰਜ਼ ਹੁੰਦਾ ਹੈ, ਕੀ ਤੁਹਾਨੂੰ ਉਹ ਸਾਰੀਆਂ ਮੁੱਢਲੀਆਂ ਸਹੂਲਤਾਂ ਪਿਛਲੇ 75 ਵਰਿਆਂ ਦੇ ਵਿੱਚ ਮਿਲੀਆਂ ਨੇ? ਕੀ ਤੁਸੀਂ ਪਿਛਲੇ 75 ਵਰਿਆਂ ਦੇ ਵਿੱਚ ਆਜ਼ਾਦੀ ਦਾ ਨਿੱਘ ਮਾਣਿਆ ਹੈ? ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਦਿਓ। ਕੀ ਤੁਸੀਂ ਖਾਲਸਾ ਰਾਜ ਨੂੰ ਪੜ੍ਹਿਆ ਹੈ? ਕੀ ਤੁਸੀਂ ਉਸ ਇਤਿਹਾਸ ਤੋਂ ਕਦੀ ਜਾਣੂ ਹੋਏ ਹੋ? ਜੇ ਤੁਸੀਂ ਉਸ ਇਤਿਹਾਸ ਤੋਂ ਕਦੀ ਜਾਣੂ ਹੋਏ ਹੋ ਤਾਂ ਤਦ ਵੀ ਕਮੈਂਟ ਕਰਕੇ ਦੱਸਿਓ। ਜੇ ਕਦੀ ਨਹੀਂ ਪੜ੍ਹ ਕੇ ਵੇਖਿਆ ਤਾਂ ਇੱਕ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ ਜ਼ਰੂਰ ਪੜ੍ਹਿਓ, ਔਰ ਉਸ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦਿਓ ਕਿ ਕੀ ਤੁਹਾਨੂੰ ਲੱਗਦਾ ਕਿ ਵਾਕਈ ਉਹ ਇੱਕ ਬਹੁਤ ਵਧੀਆ ਰਾਜ ਸੀਗਾ। ਔਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਉਹਨੂੰ ਪੜ੍ਹ ਲਓਗੇ, ਉਸ ਤੋਂ ਬਾਅਦ ਜੇ ਤੁਸੀਂ ਆਪਣੇ ਘਰਾਂ ਦੇ ਉੱਪਰ ਆ ਖਾਲਸਾਈ ਨਿਸ਼ਾਨ ਸਾਹਿਬ ਚਲਾਓਗੇ ਨਾ, ਫਿਰ ਤੁਹਾਨੂੰ ਜ਼ਿਆਦਾ ਫਖਰ ਮਹਿਸੂਸ ਹੋਊਗਾ ਇਸ ਖਾਲਸਾਈ ਨਿਸ਼ਾਨ ਸਾਹਿਬ ਨੂੰ ਆਪਣੇ ਘਰਾਂ ਦੇ ਉੱਪਰ ਚਲਾਉਣ ਦਾ। ਰਣਵੀਰ ਸਿੰਘ ਜੀ ਹੈਗੇ ਨੇ ਮੇਰੇ ਨਾਲ ਜਾਂਦੇ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਭਾਰਤ ਸਟੇਟ ਵੱਲੋਂ ਇਹ ਜਿਹੜਾ ਹੁਣ ਮੈਸੇਜ ਇੱਕ ਦਿੱਤਾ ਗਿਆ ਕਿ ਘਰ ਘਰ ਤਿਰੰਗਾ ਮੁਹਿੰਮ ਜੀ, ਇਹਦੇ ਨਾਲ ਪਹਿਲਾਂ ਦੇਖੋ ਇਹਨੂੰ ਸਮਝਣ ਦੀ ਲੋੜ ਆ। ਇਹਦੇ ਨਾਲ ਇੱਕ ਤੀਰ ਦੇ ਨਾਲ ਉਹ ਕਈ ਨਿਸ਼ਾਨੇ ਜਿਹੜੇ ਆ ਉਹ ਲਾਉਣਾ ਚਾਹੁੰਦੇ ਆ। ਜਿਹੜਾ ਸਭ ਤੋਂ ਵੱਡਾ ਨਿਸ਼ਾਨਾ ਇਸ ਮੁਹਿੰਮ ਦੇ ਜ਼ਰੀਏ ਉਹ ਲਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਖਾਲਿਸਤਾਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ, ਜਾਂ ਸਿੱਖ ਰਾਜ ਦੀ, ਹਲੀਮੀ ਰਾਜ ਦੀ ਇੱਕ ਜਿਹੜੀ ਮੰਗ ਕੀਤੀ ਜਾ ਰਹੀ ਆ, ਪੰਜਾਬ ਦੇ ਜਿਹੜੇ ਬਸ਼ਿੰਦੇ ਆ ਜਿਨ੍ਹਾਂ ਵਿੱਚ ਸਿੱਖ ਆ, ਉਹ ਜਿਹੜਾ ਸੰਘਰਸ਼ ਕਰ ਰਹੇ ਆ, ਉਹ ਜਿਹੜਾ ਸੰਘਰਸ਼ ਆ ਉਹਨੂੰ ਕਹਿ ਲਓ ਦਬਾਉਣ ਦੇ ਲਈ, ਉਹਨੂੰ ਡਿਵਰਟ ਕਰਨ ਦੇ ਲਈ ਇਹ ਜਿਹੜਾ ਸਾਰਾ ਕੁਛ ਆ ਉਹ ਕੀਤਾ ਜਾ ਰਿਹਾ। ਫਿਰ ਇੱਕ ਜਿਹੜਾ ਨਿਸ਼ਾਨਾ ਆ ਉਹ ਇਹ ਜਿਹੜੀ ਘਰ ਘਰ ਤਿਰੰਗਾ ਮੁਹਿੰਮ ਆ, ਉਹਦੇ ਜ਼ਰੀਏ ਜਿਹੜਾ ਉਹ ਦੇਣਾ ਚਾਹੁੰਦੇ ਇਹ ਆ ਕਿ ਮਤਲਬ ਜਿਹੜਾ ਇਹ ਨਿਸ਼ਾਨ ਸਾਹਿਬ ਆ ਕਿ ਇਹ ਤਾਂ ਮਤਲਬ ਧਰਮ ਦਾ ਝੰਡਾ, ਧਰਮੀ ਝੰਡਾ ਹੈ ਨਾ, ਅਤੇ ਕਿ ਜਿਹੜਾ ਸਾਡਾ ਨੇਸ਼ਨ ਸਟੇਟ ਦਾ ਜਿਹੜਾ ਝੰਡਾ ਆ, ਰਾਸ਼ਟਰ ਦਾ ਝੰਡਾ ਆ, ਉਹ ਤਿਰੰਗਾ ਆ। ਪਰ ਸਾਨੂੰ ਇਹ ਜਿਹੜੀ ਗੱਲ ਆ ਉਹ ਸਮਝ ਲੈਣੀ ਚਾਹੀਦੀ ਆ ਕਿ ਇਹ ਜਿਹੜਾ ਸਾਡਾ ਨਿਸ਼ਾਨ ਸਾਹਿਬ ਆ ਇਹ ਰਾਜ ਦਾ ਪ੍ਰਤੀਕ ਆ। ਸਿੱਖ ਇੱਕ ਵੱਖਰੀ ਨੇਸ਼ਨ ਆ, ਇੱਕ ਵੱਖਰੀ ਕੌਮ ਆ, ਅਤੇ ਜਿਹੜੀ ਸਿੱਖਾਂ ਵੱਲੋਂ ਇੱਕ ਵੱਖਰੇ ਦੇਸ਼ ਖਾਲਿਸਤਾਨ ਚਾਹੇ ਸਿੱਖ ਰਾਜ ਦੀ ਮੰਗ ਕੀਤੀ ਜਾ ਰਹੀ ਆ। ਸੋ ਉਹਦੀ ਜਿਹੜੀ ਜੰਗ ਆ ਉਹ ਸਿੱਖ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਹੀ ਸਾਰੀ ਜੰਗ ਜਿਹੜੀ ਆ ਉਹ ਲੜ ਰਹੇ ਆ। ਅਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਹਲੀਮੀ ਰਾਜ ਸੀਗਾ, ਜਿਸ ਰਾਜ ਦੇ ਵਿੱਚ ਸਿੱਖਾਂ ਦੀ ਗਿਣਤੀ 13% ਸੀਗੀ, ਅਤੇ ਉਸ ਰਾਜ ਦੇ ਵਿੱਚ ਜਿਹੜਾ ਖਜ਼ਾਨਾ ਆ ਉਹ ਹਿੰਦੂ ਭਾਈਚਾਰਾ ਜਿਹੜਾ ਸਾਂਭਦਾ ਸੀ, ਜਿਹੜਾ ਤੋਪਖਾਨਾ ਸੀਗਾ ਉਹ ਮੁਸਲਮਾਨ ਵੀਰ ਸਾਂਭਦੇ ਸੀਗੇ। ਉਦੋਂ ਵੀ ਜਿਹੜੀ ਖਾਲਸਾ ਰਾਜ ਦੀ ਜਿਹੜੀ ਕਮਾਨ ਆ ਉਹ ਨਿਸ਼ਾਨ ਸਾਹਿਬ ਦੇ ਥੱਲੇ ਹੀ ਜਿਹੜੀ ਆ ਉਹ ਚੱਲ ਰਹੀ ਸੀ। ਪਰ ਹੁਣ ਮੈਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਜਿਹੜੇ ਸਧਾਰਨ ਸਿੱਖ ਆ, ਸੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਉਹਨਾਂ ਨੂੰ ਦੱਸਣਾ ਚਾਹੁੰਦਾ, ਅਤੇ ਭਾਰਤ ਸਟੇਟ ਨੂੰ ਵੀ ਅਸੀਂ ਇਹ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜਿਸ ਤਿਰੰਗੇ ਦੇ ਥੱਲੇ ਮਤਲਬ ਸਾਡੀ ਨਸਲਕੁਸ਼ੀ ਕੀਤੀ ਗਈ ਹੋਵੇ,
1947 ਦੇ ਵਿੱਚ ਸਾਡਾ ਉਜਾੜਾ ਹੋਇਆ ਹੋਵੇ, ਫਿਰ ਉਸ ਤੋਂ ਬਾਅਦ 1947 ਦੇ ਵਿੱਚ ਹੀ ਅਕਤੂਬਰ ਮਹੀਨੇ 'ਚ ਸਾਨੂੰ ਅਜਰਾਇਮ ਪੇਸ਼ਾ ਕੌਮ ਕਿਹਾ ਗਿਆ ਹੋਵੇ, 1955 ਦੇ ਵਿੱਚ ਸਾਡੇ ਮੁਕੱਦਸ ਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹੋਵੇ, ਫਿਰ ਜਿਸ ਤਿਰੰਗੇ ਦੇ ਥੱਲੇ 1966 ਦੇ ਵਿੱਚ ਪੰਜਾਬ ਨੂੰ ਇੱਕ ਲੰਗੜਾ ਸੂਬਾ ਬਣਾਇਆ ਗਿਆ, ਫਿਰ 78 ਨਿਰੰਕਾਰੀ ਕਾਂਡ ਜਿਸ ਤਿਰੰਗੇ ਦੇ ਥੱਲੇ ਸਾਨੂੰ ਦਿੱਤਾ ਗਿਆ, ਸਾਡੇ ਜਿਹੜੇ 13 ਸਿੱਖ ਸੀਗੇ ਉਹ ਸ਼ਹੀਦ ਕਰ ਦਿੱਤੇ ਗਏ, ਫਿਰ ਜਿਹੜਾ 1984 ਦਾ ਘੱਲੂ ਘਰ ਆ ਉਹ ਵੀ ਸਾਡੇ ਅਕਾਲ ਤਖਤ ਸਾਹਿਬ ਤੇ ਜੋ ਭਾਰਤ ਸਟੇਟ ਦੀ ਆਰਮੀ ਆ ਉਹ ਤਿਰੰਗੇ ਦੇ ਥੱਲੇ ਆਈ ਆ। ਤਿਰੰਗੇ ਦੇ ਥੱਲੇ ਹੀ ਸਾਡੇ ਜਿਹੜੇ ਤਖਤ ਆ, ਸਾਡੇ ਗੁਰਦੁਆਰੇ ਸੀਗੇ ਉਹ ਢਾਏ ਗਏ, ਫਿਰ ਸਾਡੀ ਨਸਲਕੁਸ਼ੀ ਕੀਤੀ ਗਈ। ਤਿਰੰਗੇ ਦੀ ਕਮਾਨ ਦੇ ਥੱਲੇ ਹੀ ਦਿੱਲੀ ਦੇ ਵਿੱਚ ਜਿਸ ਸ਼ਹਿਰ ਵਿੱਚ ਮਤਲਬ 9ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੀ ਕੁਰਬਾਨੀ ਦੇ ਕੇ ਇੰਨੀ ਮਹਾਨ ਸ਼ਹਾਦਤ ਦੇ ਕੇ ਹਿੰਦ ਧਰਮ ਦੀ ਰੱਖਿਆ ਕੀਤੀ, ਉਸੇ ਹੀ ਚਾਂਦਨੀ ਚੌਂਕ ਦੇ ਵਿੱਚ ਮਤਲਬ ਤਿਰੰਗੇ ਦੇ ਥੱਲੇ ਸਾਡੀ ਜਿਹੜੀ ਨਸਲਕੁਸ਼ੀ ਕੀਤੀ ਗਈ। ਫਿਰ 1995 ਤੱਕ 96 ਤੱਕ ਜਿਹੜਾ ਆ ਸਾਡੇ ਝੂਠੇ ਮੁਕਾਬਲੇ ਬਣਾ ਕੇ ਜਿਹੜਾ ਆ ਉਹ ਸਾਨੂੰ ਮਾਰਿਆ ਗਿਆ, ਉਹ ਵੀ ਤਿਰੰਗੇ ਥੱਲੇ ਹੀ ਕੀਤਾ ਗਿਆ। ਸੋ ਜਿਸ ਤਿਰੰਗੇ ਨੇ ਸਾਨੂੰ ਇੰਨਾ ਦੁਖਾਂਤ ਦਿੱਤਾ ਹੋਵੇ, ਸਾਡੀ ਨਸਲਕੁਸ਼ੀ ਕੀਤੀ ਆ, ਤੇ ਉਹ ਨਿਸ਼ਾਨ ਸਿੱਖ ਕਦੇ ਵੀ ਆਪਣੇ ਜਿਹੜੇ ਆ ਕੋਠਿਆਂ ਤੇ ਆਪਣੇ ਮੋਟਰ ਗੱਡੀਆਂ ਤੇ ਦੁਕਾਨਾਂ ਤੇ ਦਫ਼ਤਰਾਂ ਤੇ ਕਦੀ ਨਹੀਂ ਚਲਾਉਣਗੇ। ਤੇ ਸੋ ਜਿਹੜਾ ਸਿੱਖ ਆ ਉਹ ਨਿਸ਼ਾਨ ਸਾਹਿਬ ਵੀ ਚਲਾਉਣਗੇ। ਤੇ ਸੋ ਅਸੀਂ ਵੀ ਜਿਹੜਾ ਅੱਜ ਨਿਸ਼ਾਨ ਸਾਹਿਬ ਇੱਥੇ ਵੰਡ ਰਹੇ ਆ, ਸੋ ਕਾਫੀ ਵੀਰ ਤੁਸੀਂ ਦੇਖਿਆ ਨਿਸ਼ਾਨ ਸਾਹਿਬ ਲੈ ਕੇ ਜਾ ਰਹੇ ਨੇ। ਤੇ ਸੋ ਮੈਂ ਇਹੀ ਆਪਣੇ ਸਿੱਖਾਂ ਨੂੰ ਬੇਨਤੀ ਕਰਨਾ ਚਾਹੂੰਗਾ, ਖਾਸ ਕਰ ਮਨਜਿੰਦਰ ਸਿੰਘ ਸਿਰਸਾ ਜਿਹਨੇ ਪੱਗ ਦੇ ਵਿੱਚ ਸਿਰ ਫਸਾਇਆ ਹੋਇਆ ਹੈ, ਜਿਹਦੇ ਪੱਲੇ ਕੁਛ ਨਹੀਂ ਹੈ, ਸਿੱਖੀ ਦਾ ਕੋਈ ਸਿਧਾਂਤ ਨਹੀਂ ਹੈ, ਕੋਈ ਗੱਲਬਾਤ ਨਹੀਂ ਹੈ, ਪਰ ਮੈਂ ਉਹਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਮਤਲਬ ਜਿੰਨਾ ਮਰਜ਼ੀ ਇਹਨਾਂ ਦੇ ਨਾਲ ਹਮਦਰਦੀ ਕਰੀ ਜਾਓ, ਜਾਂ ਕਹਿ ਲਓ ਪੰਜਾਬ ਨਾਲ ਸਿੱਖਾਂ ਨਾਲ ਦਗਾ ਕਮਾਈ ਜਾਓ, ਗਦਾਰੀ ਕਰੀ ਜਾਓ, ਪਰ ਬਖਸ਼ਣਾ ਇਹਨਾਂ ਨੇ ਤੁਹਾਨੂੰ ਵੀ ਨਹੀਂ, ਕਿਉਂਕਿ ਇਹਨਾਂ ਨੇ ਤਾਂ ਮਾਸਟਰ ਤਾਰਾ ਸਿੰਘ ਵੀ ਨਹੀਂ ਬਖਸ਼ਿਆ ਸੀ। ਮਾਸਟਰ ਤਾਰਾ ਸਿੰਘ ਤੇ ਸਭ ਤੋਂ ਪਹਿਲਾਂ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਆ ਉਹ ਦਰਜ ਕੀਤਾ ਗਿਆ ਸੀ। ਤੇ ਸੋ ਆ ਜਿਹੜੀ ਹੁਣ ਗੱਲ ਇੱਕ ਪੰਜਾਬ ਦੇ ਵਿੱਚ ਨੈਰੇਟਿਵ ਸਿਰਜਿਆ ਗਿਆ, ਬਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਕਿ ਆਜ਼ਾਦੀ, ਸੋ ਮੈਂ ਸਿੱਖਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਵੀਰੋ ਆਓ ਮੁਲਾਂਕਣ ਕਰੀਏ, ਬੈਠ ਕੇ ਵਿਚਾਰੀਏ, ਆਜ਼ਾਦੀ ਜਾਂ ਉਜਾੜਾ, ਆਜ਼ਾਦੀ ਜਾਂ ਗੁਲਾਮੀ। ਸਾਡਾ 10 ਲੱਖ ਬੰਦਾ ਉੱਥੇ ਮਾਰ ਦਿੱਤਾ ਗਿਆ, ਕਰੋੜਾਂ ਬੰਦੇ ਸਾਡੇ ਬੇਘਰ ਹੋ ਗਏ, ਸਾਡੇ ਮੁਕੱਦਸ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਜੀ, ਸ਼੍ਰੀ ਕਰਤਾਰਪੁਰ ਸਾਹਿਬ ਜੀ, ਸ਼੍ਰੀ ਪੰਜਾ ਸਾਹਿਬ ਜੀ, ਸ਼੍ਰੀ ਡੇਰਾ ਸਾਹਿਬ ਜੀ, ਅਨੇਕਾਂ ਇਤਿਹਾਸਕ ਸਾਡੇ ਮੁਕੱਦਸ ਅਸਥਾਨ ਉਹ ਸਾਡੇ ਉੱਧਰ ਰਹਿ ਗਏ। ਫਿਰ ਸਾਡੀਆਂ ਬਿਲਕੁਲ ਖਾਲਸਾ ਰਾਜ ਦੀਆਂ ਨਿਸ਼ਾਨੀਆਂ, ਫਿਰ ਉੱਧਰ ਇਤਿਹਾਸਕ ਹਵੇਲੀਆਂ, ਸੋ ਅਸੀਂ ਸਾਰੀ ਆਪਣੀ ਵਿਰਾਸਤ ਜ਼ਮੀਨਾਂ ਮਾਲ ਡੰਗਰ ਛੱਡ ਕੇ ਸਾਡਾ ਉਜਾੜਾ ਹੋ ਗਿਆ, ਤੇ ਅਸੀਂ ਕਿਹੜੀ ਆਜ਼ਾਦੀ ਮਨਾ ਰਹੇ ਹਾਂ ਮਤਲਬ। ਸੋ ਇਹ ਜਿਹੜੀ ਗੱਲ ਆ ਸਾਨੂੰ ਘੋਖ ਕਰਨ ਦੀ ਲੋੜ ਆ। ਤੇ ਸੋ ਮੈਂ ਆਪਣੇ ਸਿੱਖਾਂ ਨੂੰ, ਆਪਣੇ ਵੀਰਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਆਓ ਮੀਰੀ ਪੀਰੀ ਦੇ ਸਿਧਾਂਤ ਨਾਲ ਜਿਹੜਾ ਆ ਉਹਦੇ ਧਾਰਨੀ ਬਣੀਏ, ਤੇ ਜਿਹੜਾ ਭਾਰਤ ਸਟੇਟ ਦੀ ਜਿਹੜੀ ਇੰਡੀਅਨ ਪੋਲਿਟਿਕਸ ਆ, ਜਿਹੜਾ ਇਹਨਾਂ ਦਾ ਭਾਰਤੀ ਵੋਟ ਪ੍ਰਣਾਲੀ ਆ, ਉਹਨੂੰ ਰੱਦ ਕਰਕੇ ਅਸੀਂ ਜਿਹੜਾ ਖਾਲਸੀ ਰੋਹ ਰੀਤਾਂ ਆ, ਖਾਲਸਾਈ ਸਿਧਾਂਤ ਆ, ਉਹਨਾਂ ਤੇ ਆ ਕੇ ਖੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਸੁਣਿਆ ਜੀ, ਜਿਵੇਂ ਰਣਵੀਰ ਸਿੰਘ ਬੈਂਸਤਾਨੀ ਉਹਨਾਂ ਨੇ ਗੱਲ ਕੀਤੀ ਸੀ ਕਿ ਯੂਥ ਜਿਹੜਾ ਹੈਗਾ ਉਹਦੇ ਅੰਦਰ ਆਹ ਸਾਰਾ ਕੁਝ ਚੱਲਦਾ ਪਿਆ ਹੈਗਾ। ਸੋ ਜਿੰਨੇ ਵੀ ਸੱਜਣ ਇੱਥੇ ਲਾਗੇ ਛਾਗੇ ਇਲਾਕੇ ਦੇ ਹੈਗੇ ਨੇ ਜੀ, ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਆਪਾਂ ਇਸ ਵੇਲੇ ਖੜੇ ਹੈਗੇ ਆ, ਬੁੱਲਵਾਲ ਤੋਂ ਹੈਗੇ ਨੇ ਸਰਦਾਰ ਨੋਬਲਜੀਤ ਸਿੰਘ ਜੀ, ਜਿਨ੍ਹਾਂ ਨੂੰ ਵੀ ਨਿਸ਼ਾਨ ਸਾਹਿਬ ਚਾਹੀਦੇ ਹੁਣ, ਜਿਨ੍ਹਾਂ ਨੇ ਆਪਣੇ ਘਰਾਂ ਦੇ ਉੱਪਰ ਲਹਿਰਾਉਣੇ ਨੇ। ਵੈਸੇ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਨ੍ਹਾਂ ਨੂੰ ਵੀ ਇਹ ਗੱਲ ਸਮਝ ਲੱਗਦੀ ਹੈ ਜਾਂ ਸਮਝਦੇ ਆ, ਉਹਨਾਂ ਨੂੰ ਆਪਣੇ ਆਪ ਹੀ ਆਪਣੇ ਘਰਾਂ ਦੇ ਉੱਪਰ ਖਾਲਸਾਈ ਨਿਸ਼ਾਨ ਸਾਹਿਬ ਚੜਾਉਣੇ ਚਾਹੀਦੇ ਨੇ। ਪਰ ਫਿਰ ਵੀ ਜੇ ਕਿਸੇ ਨੂੰ ਚਾਹੀਦੇ ਨੇ ਤਾਂ ਉਹ ਸਰਦਾਰ ਨੋਬਲਜੀਤ ਸਿੰਘ ਜੀ ਦਾ ਮੈਂ ਨੰਬਰ ਬੋਲ ਦੇਣਾ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੇ ਕੋਲੋਂ ਲੈ ਸਕਦੇ ਨੇ। ਨੋਬਲਜੀਤ ਸਿੰਘ ਆਵਾਜ਼ੇ ਕੌਮ ਜਥੇਬੰਦੀ, ਉਹਨਾਂ ਦਾ ਨੰਬਰ ਹੈਗਾ ਜੀ 98767 55581, 9876755581। ਇਹ ਨੰਬਰ ਹੈ ਜੀ ਨੋਬਲਜੀਤ ਸਿੰਘ ਜੀ ਦਾ। ਔਰ ਜਿਹੜੇ ਇੱਥੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੈਗੇ ਨੇ, ਮੈਂ ਭੁਪਿੰਦਰ ਸਿੰਘ ਸੱਜਣ, ਮੇਰਾ ਨੰਬਰ ਹੈ ਜੀ 9478841146, 9478541146 ਤੇ ਸੰਪਰਕ ਕਰਕੇ ਤੁਸੀਂ ਇਹ ਜਿਹੜੇ ਖਾਲਸਾ ਨਿਸ਼ਾਨ ਸਾਹਿਬ ਹੈਗੇ ਨੇ ਉਹ ਲੈ ਸਕਦੇ ਹੋ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਆਪਣੇ ਘਰਾਂ ਦੇ ਉੱਪਰ ਖਾਲਸਾ ਨਿਸ਼ਾਨ ਸਾਹਿਬ ਜ਼ਰੂਰ ਚਲਾਓਗੇ। ਬਹੁਤ ਬਹੁਤ ਧੰਨਵਾਦ।